ਈਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਵਿਚਾਰੇ ਸਨ ਆਖਰੀ ਬੰਦ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ। ਜਿਨ੍ਹਾਂ ਦੇ ਅੰਦਰ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਭੁੱਖ ਹੈ, ਉਹਨਾਂ ਨੂੰ ਸੰਸਾਰ ਦੇ ਦੁੱਖ ਵਿਆਪਦੇ ਨਹੀਂ। ਸੰਸਾਰ ਦੀ ਭੁੱਖ ਵਿੱਚ ਜ਼ਰੂਰ ਦੁੱਖ ਹੋਣਗੇ, ਨਿਰੰਕਾਰ ਦੀ ਭੁੱਖ ਜਨਮਾਂ ਜਨਮਾਂ ਦੇ ਦੁੱਖ ਤ੍ਰਿਸ਼ਨਾ ਨੂੰ ਦੂਰ ਕਰ ਦਿੰਦੀ ਹੈ। ਤੋ ਸਾਹਿਬ ਜੀ ਅੱਗੇ ਆਖ ਰਹੇ ਨੇ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਨ੍ਹਾਂ ਨੂੰ ਮਾਲਕ ਵਾਹਿਗੁਰੂ ਚੇਤੇ ਆਉਂਦਾ ਹੈ, ਜੇ ਕਿਸੇ ਨੂੰ ਭੁੱਖ ਹੋਏਗੀ, ਭੋਜਨ ਜ਼ਰੂਰ ਚੇਤੇ ਆਉਂਦਾ ਹੈ। ਜੇ ਕਿਸੇ ਨੂੰ ਪਿਆਸ ਹੈ, ਪਾਣੀ ਜ਼ਰੂਰ ਚੇਤੇ ਆਉਂਦਾ ਹੈ। ਕਿਸੇ ਦੇ ਤਨ ਨੂੰ ਕੋਈ ਰੋਗ ਲੱਗਾ, ਕੋਈ ਪੀੜ ਹੈ, ਡਾਕਟਰ ਵੈਦ ਜ਼ਰੂਰ ਚੇਤੇ ਆਉਂਦਾ ਹੈ। ਜੇ ਤਨ ਨੂੰ ਕੋਈ ਰੋਗ ਨਾ ਲੱਗਾ ਹੋਏ ਤੇ ਬੰਦੇ ਨੂੰ ਕੋਈ ਵੈਦ ਵੀ ਚੇਤੇ ਨਹੀਂ ਆਉਂਦਾ। ਵੈਦ ਡਾਕਟਰ ਦਾ ਵੀ ਉਦੋਂ ਬੰਦੇ ਨੂੰ ਖਿਆਲ ਆਉਂਦਾ ਹੈ ਜਦੋਂ ਤਨ ਨੂੰ ਕੋਈ ਪੀੜ, ਕੋਈ ਦੁੱਖ ਮਹਿਸੂਸ ਹੁੰਦਾ ਹੈ। ਤੋ ਗੁਰਦੇਵ ਕਹਿੰਦੇ, ਮਾਲਕ ਵਾਹਿਗੁਰੂ ਅਕਾਲ ਪੁਰਖ ਦਾ ਵੀ ਖਿਆਲ ਉਹਨਾਂ ਰੱਬ ਦੇ ਪਿਆਰਿਆਂ ਨੂੰ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਉਹਦੀ ਭੁੱਖ, ਉਹਦੀ ਤਲਬ, ਉਹਦੀ ਤਾਂਘ ਪੈਦਾ ਹੁੰਦੀ ਹੈ। ਤੇ ਜਿਨ੍ਹਾਂ ਨੂੰ ਸਤਿਗੁਰ ਕਹਿੰਦੇ ਤਲਬ ਇਹ ਤਾਂਘ ਪੈਦਾ ਹੋਈ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ। ਠੀਕ ਹੈ, ਕਿਸੇ ਨੂੰ ਡਾਕਟਰ ਚੇਤੇ ਆਇਆ ਪਰ ਉਹਦਾ ਰੋਗ ਦੂਰ ਹੋਣ ਵਾਲਾ ਨਹੀਂ। ਭੋਜਨ ਚੇਤੇ ਆਇਆ, ਭੁੱਖ ਨਹੀਂ ਮਿਟਣੀ। ਪਰ ਸਾਹਿਬ ਕਹਿੰਦੇ ਵਾਹਿਗੁਰੂ ਦਾ ਚੇਤਾ ਹੀ ਜ਼ਿੰਦਗੀ ਦੇ ਕਈ ਦੁੱਖਾਂ ਨੂੰ ਦੂਰ ਕਰ ਦਿੰਦਾ। ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਰੱਬ ਦਾ ਪਿਆਰਾ ਬੜਾ ਸੁਖੀ, ਕਿਉਂਕਿ ਜਿਹਦਾ ਆਧਾਰ ਰੱਬ ਦੇ ਪਿਆਰੇ ਨੇ ਤੱਕਿਆ, ਫਿਰ ਉਹਦੇ ਵਿੱਚ ਵੀ ਤੇ ਅਡੋਲਤਾ ਆਏਗੀ। ਗੁਰਦੇਵ ਕਹਿੰਦੇ, ਕਿਉਂਕਿ ਜਿਸ ਨੂੰ ਉਸ ਨੇ ਜੀਵਨ ਅੰਦਰ ਆਸ ਟੇਕ ਰੂਪ ਅੰਦਰ ਧਾਰਨ ਕੀਤਾ, ਜੇ ਮਾਲਕ ਅਡੋਲ ਹੈ, ਰੱਬ ਦਾ ਪਿਆਰਾ ਵੀ ਸਦੀਵੀ ਸਾਹਿਬ ਜੀ ਕਹਿੰਦੇ ਅਡੋਲ ਹੁੰਦਾ ਹੈ। ਉਹਨੂੰ ਸਮਝ ਆ ਜਾਂਦੀ ਹੈ। ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਰੱਬ ਦੇ ਪਿਆਰੇ ਅੰਦਰ ਬੋਧ ਆਉਂਦਾ ਹੈ ਵੀ ਜਿਹੜਾ ਨਿਰਭਉ ਮਾਲਕ ਮੇਰੇ ਨਾਲ ਵਸ ਰਿਹਾ, ਫਿਰ ਡਰ ਕੀ ਆਏ ਮੇਰੇ ਕੋਲ। ਨਹੀਂ ਡੁਲਾਵੇ, ਡੋਲੇ ਨਹੀਂ। ਰੱਬ ਦੇ ਪਿਆਰਿਆਂ ਦੇ ਮਨ ਨਹੀਂ ਡੋਲਦੇ। ਆ ਸਾਡੇ ਕੋਲ ਤਨ ਦੇ ਸਾਧਨ ਬਹੁਤ, ਮਨ ਡੋਲ ਰਿਹਾ, ਬਹੁਤ ਵਿਆਪਕ ਰੂਪ ਅੰਦਰ। ਕੋਈ ਭਾਗਾਂ ਵਾਲਾ ਹੋਵੇਗਾ, ਨਹੀਂ ਤੇ ਧਨ ਬਹੁਤ ਹੈ ਬੰਦੇ ਕੋਲ, ਪਰ ਮਨ ਡੋਲ ਰਿਹਾ। ਮਨ ਵਿੱਚ ਚਿੰਤਾਵਾਂ ਵਿਆਪ ਰਹੀਆਂ ਨੇ ਨਿਰੰਤਰ। ਅੱਜ ਸਾਡੇ ਕੋਲ ਫਿਜ਼ੀਕਲ ਤੌਰ 'ਤੇ ਬੜੇ ਸਾਧਨ ਨੇ ਤਨ ਦੇ, ਪਰ ਮਨ ਵਿਆਕੁਲ ਹੈ, ਕਿਉਂਕਿ ਬਾਹਰ ਦੇ ਸਾਧਨ ਮਨ ਨੂੰ ਨਹੀਂ ਅਡੋਲਤਾ ਬਖਸ਼ਿਸ਼ ਕਰਦੇ। ਤਨ ਦੀਆਂ ਚੀਜ਼ਾਂ ਤਨ ਨੂੰ ਜ਼ਰੂਰ ਸਹਾਰਾ ਦੇ ਸਕਦੀਆਂ ਨੇ, ਮਨ ਨੂੰ ਨਹੀਂ। ਮਨ ਦਾ ਸਹਾਰਾ ਹੈ ਸਤਿਗੁਰ ਕਹਿੰਦੇ ਗੁਰੂ ਦੀ ਵਿਚਾਰ, ਰੱਬ ਦੀ ਬਾਣੀ, ਗੁਰੂ ਦਾ ਗਿਆਨ ਮਨ ਦਾ ਆਧਾਰ ਬਣਦਾ। ਗੁਰੂ ਸ਼ਬਦ ਬਾਣੀ ਦਾ ਅਨੁਭਵ ਆਤਮ ਦੇ ਵਿੱਚ ਪ੍ਰਬਲਤਾ ਲੈ ਕੇ ਆ ਜਾਂਦਾ। ਤੋ ਰੱਬ ਦਾ ਪਿਆਰਾ ਸੋ ਸੰਤ ਸੁਹੇਲਾ ਬੜਾ ਸੁਖੀ ਹੈ, ਨਹੀਂ ਡੁਲਾਵੇ। ਡੋਲਦਾ ਨਹੀਂ ਕਦੇ ਵੀ ਜੀਵਨ ਅੰਦਰ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜਿਸ ਤੇ ਮਾਲਕ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ ਹੈ, ਸੋ ਸੇਵਕ, ਉਹ ਰੱਬ ਦਾ ਪਿਆਰਾ, ਕਹੋ ਕਿਸ ਤੇ ਡਰੈ। ਉਹ ਕਿਸੇ ਕੋਲੋਂ ਕਿਉਂ ਡਰੇਗਾ। ਡਰੀਏ ਤਾਂ ਮੇਰੇ ਗੁਰਦੇਵ ਕਹਿੰਦੇ, ਜੇ ਮਾਲਕ ਤੋਂ ਬਿਨਾਂ ਕੁਝ ਹੋਰ ਵਰਤਾਰਾ ਵਰਤ ਰਿਹਾ ਹੋਏ,
ਸਭ ਕਰਤਾ ਆਪਣੀ ਕਲਾ ਵਧਾਏ। ਇਹ ਮਾਲਕ ਵਾਹਿਗੁਰੂ ਦੀ ਕਲਾ ਹੈ ਸਾਰੀ। ਡਰੀਏ ਤਾਂ ਜੇ ਹੋਰ ਕੁਝ ਕਰ ਰਿਹਾ, ਕਰਨ ਵਾਲਾ ਜੇ ਉਹ ਹੈ ਜਿਹਨੇ ਕਰਤੇ ਨੂੰ ਪਛਾਣ ਲਿਆ, ਜਿਹਨੂੰ ਭਰੋਸਾ ਬਣ ਗਿਆ। ਆਪਾਂ ਬੱਸ ਵਿੱਚ ਬੈਠ ਜਾਂਦੇ ਹਾਂ, ਸਾਨੂੰ ਭਰੋਸਾ ਹੁੰਦਾ ਡਰਾਈਵਰ ਸਾਨੂੰ ਘਰ ਤੱਕ ਪਹੁੰਚਾ ਦੇਵੇਗਾ। ਸਾਨੂੰ ਇੱਕ ਡਰਾਈਵਰ ਦਾ ਭਰੋਸਾ ਹੁੰਦਾ, ਬੰਦੇ ਦਾ ਭਰੋਸਾ ਹੁੰਦਾ ਕਿਸੇ ਦਾ। ਪਰ ਮੇਰੇ ਸਾਹਿਬ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਦਾ ਭਰੋਸਾ ਹੈ ਬੜਾ ਪ੍ਰਬਲ। ਦਿਸਦੇ ਦਾ ਭਰੋਸਾ ਬਣਾਉਣਾ ਬੜਾ ਸੌਖਾ ਹੈ। ਸੰਸਾਰ ਦਿਸ ਰਿਹਾ, ਧਨ ਦਿਸ ਰਿਹਾ, ਸਮਾਜ ਦਿਸ ਰਿਹਾ, ਪਰ ਜਿਹੜਾ ਮਾਲਕ ਵਾਹਿਗੁਰੂ ਅੱਖੋਂ ਓਲੇ ਹੋ ਕੇ ਜੀਵਨ ਦੀ ਸੰਭਾਲ ਕਰ ਰਿਹਾ, ਉਹਨੂੰ ਪ੍ਰਤਪਾਲਕ ਸਮਝਣਾ ਬੜਾ ਔਖਾ ਹੈ। ਸੱਚ ਜਾਣਿਓ, ਪਰਮਾਤਮਾ ਹੈ ਕਹਿਣ ਨੂੰ ਸਾਰੇ ਕਹਿ ਦੇਣਗੇ ਵਾਹਿਗੁਰੂ ਤੂੰ ਪ੍ਰਤਪਾਲਕ ਹੈ। ਕਿਸੇ ਭਾਗਾਂ ਵਾਲੇ ਨੂੰ ਵਿਸ਼ਵਾਸ ਆਉਂਦਾ, ਜਿਹਨੂੰ ਇਹ ਵਿਸ਼ਵਾਸ ਹੋਏਗਾ ਉਹਦੇ 'ਚ ਚਿੰਤਾ ਨਹੀਂ ਆਏਗੀ। ਜੇ ਚਿੰਤਾ ਹੈ ਜੀਵਨ 'ਚ, ਇਹਦਾ ਅਰਥ ਹੈ ਅਸੀਂ ਉਹਨੂੰ ਪ੍ਰਤਪਾਲਕ ਨਹੀਂ ਸਮਝਿਆ। ਜਿਹਨੂੰ ਵਿਸ਼ਵਾਸ ਬਣ ਗਿਆ ਉਸ ਮਾਲਕ ਵਾਹਿਗੁਰੂ ਦਾ, ਸਾਹਿਬ ਜੀ ਕਹਿੰਦੇ ਫਿਰ ਊਠਤ ਸੁਖੀਆ ਬੈਠ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੂਝਿਆ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਅੰਤਰ ਜਾਮੀ। ਉੱਥੇ ਡਰ ਕਿੱਥੋਂ, ਉੱਥੇ ਚਿੰਤਾ ਕਿੱਥੋਂ? ਜਿਨ੍ਹਾਂ ਨੇ ਪ੍ਰਤਪਾਲਕ ਸਮਝ ਲਿਆ ਵਾਹਿਗੁਰੂ ਤੂੰ ਹੈ, ਤੋ ਸਤਿਗੁਰ ਕਹਿੰਦੇ ਉਹ ਰੱਬ ਦੇ ਪਿਆਰੇ ਸੋ ਸੇਵਕ ਕਉ ਕਿਸ ਤੇ ਡਰੈ। ਉਹ ਕਿਹਦੇ ਤੋਂ ਡਰਦੇ ਨੇ? ਜਿਹਨੂੰ ਸਮਝ ਆ ਗਈ ਵਾਹਿਗੁਰੂ ਸਭ ਕੁਝ ਤੇਰੇ ਭੈ ਚ, ਸੂਰਜ ਧਰਤੀ ਜੋ ਕੁਝ ਹੈ ਤੇਰੇ ਹੁਕਮ ਤੋਂ ਕੋਈ ਵੀ ਬਾਹਰਾ ਨਹੀਂ। ਜੈਸਾ ਸਾ ਤੈਸਾ ਦ੍ਰਿਸ਼ਟਾਇਆ। ਜੈਸਾ ਸਾ ਦਾ ਅਰਥ ਹੈ ਜਿਸ ਤਰ੍ਹਾਂ ਹੁੰਦਾ ਹੈ, ਨਹੀਂ ਤੇ ਆਮ ਤੌਰ 'ਤੇ ਮਨੁੱਖ ਨੂੰ ਵੈਸਾ ਦਿਸਦਾ ਨਹੀਂ ਹੈ। ਜੋ ਦਿਸ ਰਿਹਾ ਉਹ ਸੱਚਾਈ ਨਹੀਂ, ਜੋ ਸੱਚਾਈ ਹੈ ਮਹਿਸੂਸ ਨਹੀਂ ਹੁੰਦੀ। ਰੱਬ ਦੇ ਪਿਆਰੇ ਨੂੰ ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਇਹਦਾ ਅਰਥ ਹੈ ਅਸਲੀਅਤ ਦਾ ਬੋਧ ਹੋ ਜਾਣਾ। ਉਹ ਭਰਮ ਭੁਲੇਖੇ 'ਚ ਨਹੀਂ ਜੀਂਦਾ। ਜੋ ਅਸਲੀਅਤ ਹੈ, ਹਕੀਕਤ ਹੈ, ਉਹਦੇ ਜੀਵਨ ਵਿੱਚ ਪ੍ਰਤੱਖ ਤੌਰ 'ਤੇ ਵਿਆਪਦੀ ਹੈ। ਜਨਮ ਹੈ ਵਾਹਿਗੁਰੂ ਹੋਣਾ ਸੀ, ਮਰਨ ਹੈ ਵਾਹਿਗੁਰੂ ਹੋਣਾ ਸੀ, ਦਿਨ ਹੈ ਵਾਹਿਗੁਰੂ ਹੋਣਾ ਸੀ, ਗਰਮੀ ਹੈ ਵਾਹਿਗੁਰੂ ਹੋਣੀ ਸੀ। ਬਿਲਕੁਲ ਅਸਲੀਅਤ ਰੂਪ ਅੰਦਰ ਜਿਹੜਾ ਰੱਬੀ ਭਾਣੇ ਵਿੱਚ ਵਰਤਦਾ। ਸਾਹਿਬ ਜੀ ਕਹਿੰਦੇ ਨੇ ਆਪਣੇ ਕਾਰਜ ਮੈਂ ਆਪ ਸਮਾਇਆ। ਪਤਾ ਉਦੋਂ ਲੱਗਾ ਜਦੋਂ ਪਤਾ ਲੱਗਾ ਵੀ ਹਰੇਕ ਕਾਰਜ ਵਿੱਚ ਉਹ ਸਮਾਇਆ ਹੋਇਆ, ਉਹਦੇ ਕਰਕੇ ਕਾਰਜ ਹੋਏ। ਆਪਣੇ ਆਪ ਕੋਈ ਬੁਲਬੁਲਾ ਨਹੀਂ ਬਣਿਆ, ਪਾਣੀ ਕਰਕੇ ਬਣਿਆ। ਆਪਣੇ ਆਪ ਕੋਈ ਗਹਿਣਾ ਨਹੀਂ ਬਣਿਆ, ਸੋਨੇ ਕਰਕੇ ਬਣਿਆ। ਵਾਹਿਗੁਰੂ ਆਪਣੇ ਆਪ ਕੋਈ ਵਰਤਾਰਾ ਨਹੀਂ ਵਰਤਿਆ, ਤੇਰੇ ਕਰਕੇ ਵਰਤਿਆ। ਫਿਰ ਉਹਨੂੰ ਕਾਹਦਾ ਡਰ ਰਹਿ ਗਿਆ? ਗੁਰਦੇਵ ਕਹਿੰਦੇ ਜਿਹਨੇ ਉਸ ਦੀ ਸੱਤਾ ਨੂੰ ਸਮਝ ਲਿਆ ਹਰੇਕ ਦੇ ਅੰਦਰ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ 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 ਸੀਜਿਆ। ਸੋਧਣ ਦਾ ਅਰਥ ਹੈ ਸਮਝਦਿਆਂ ਜਾਂ ਛਾਣਬੀਨ ਕਰਦਿਆਂ। ਸਤਿਗੁਰ ਕਹਿੰਦੇ ਪਛਾਣਦਿਆਂ 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 ਪਛਾਣ ਆ ਗਈ। ਸੀਜਿਆ ਦਾ ਅਰਥ ਹੈ ਪਛਾਣ ਲਿਆ, ਜਾਣ ਲਿਆ। ਗੁਰ ਪ੍ਰਸਾਦ ਤਤ ਸਭ ਬੂਝਿਆ। ਛਾਣਬੀਣ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਨਾਲ ਤਤ ਦੀ ਸਮਝ ਆ ਗਈ। ਤਤ ਹੈ ਮੂਲ ਮਾਲਕ ਵਾਹਿਗੁਰੂ, ਜਿਹਦੇ ਤੋਂ ਪ੍ਰਗਟਾਵਾ ਹੋਇਆ ਹੈ। ਬਾਹਰੀ ਵਰਤਾਰਾ ਵੱਧਦਾ ਘਟਦਾ ਹੈ, ਤਤ ਨਹੀਂ ਵੱਧਦਾ ਘਟਦਾ। ਲਹਿਰਾਂ ਬਣੀਆਂ ਮਿੱਟੀਆਂ, ਪਾਣੀ ਉੱਦਾਂ ਹੀ ਰਹਿ ਜਾਂਦਾ ਹੈ। ਸੰਸਾਰ ਬਣਦਾ ਮਿਟਦਾ ਰਿਹਾ, ਨਿਰੰਕਾਰ ਦੀ ਹੋਂਦ ਉਸੇ ਤਰ੍ਹਾਂ ਰਹੀ। ਜਨਮੇਗਾ ਉਹ ਜੋ ਜਨਮਿਆ, ਉਹ ਮਰੇਗਾ ਜਿਹੜਾ ਜਨਮਿਆ ਹੀ ਨਹੀਂ ਕਦੇ। ਮਰਨ ਕਿੱਥੋਂ ਹੋਣਾ? ਜਿਹੜਾ ਬਣਦਾ ਹੀ ਨਹੀਂ ਉਹ ਢਹੇਗਾ ਕਿੱਥੋਂ?
ਰੱਬ ਦੇ ਪਿਆਰੇ ਨੂੰ ਸਾਹਿਬ ਕਹਿੰਦੇ ਬੋਧ ਆ ਜਾਂਦਾ ਹੈ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਅਨੁਭਵ ਨਾਲ ਤਤ ਸਭ ਬੂਝਿਆ, ਤਤ ਦੀ ਅਸਲੀਅਤ ਦੀ ਸਾਰੀ ਸਮਝ ਆ ਜਾਂਦੀ ਹੈ। ਜਬ ਦੇਖੂੰ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਜਬ ਦੇਖੋ, ਜਦੋਂ ਵੀ ਵੇਖਿਆ, ਤਬ ਸਭ ਕਿਛ ਮੂਲ, ਉਹਨੇ ਮੂਲ ਹੀ ਵੇਖਿਆ ਹਮੇਸ਼ਾ। ਉਹ ਆਕਾਰ ਵਿੱਚ ਰੱਬ ਦਾ ਪਿਆਰਾ ਕਦੇ ਨਹੀਂ ਭਟਕਦਾ, ਉਹਨੂੰ ਸਮਝ ਆਉਂਦੀ ਹੈ। ਸੁਨਿਆਰਾ ਜਿਵੇਂ ਆਕਾਰ ਵਿੱਚ ਨਹੀਂ ਉਲਝਦਾ, ਉਹਨੂੰ ਤੱਤ, ਉਹਨੂੰ ਅਸਲੀਅਤ ਦਾ ਪਤਾ ਹੁੰਦਾ ਹੈ। ਰੱਬ ਦਾ ਪਿਆਰਾ ਵੀ ਇਸੇ ਤਰ੍ਹਾਂ ਆਕਾਰ, ਊਚ ਨੀਚ, ਜਾਤ ਪਾਤ। ਤਾਂ ਹੀ ਗੁਰੂ ਦੇ ਦਰ ਦੇ 4 ਦਰਵਾਜ਼ੇ ਨੇ ਭਾਈ। ਇੱਥੇ ਮੂਲ ਦੀ ਗੱਲ ਹੈ। ਇੱਥੇ ਨਾ ਕੋਈ ਦਿਸ਼ਾ ਦਾ ਭਰਮ ਹੈ, ਨਾ ਕੋਈ ਜਾਤ ਦਾ ਭਰਮ ਹੈ, ਨਾ ਕੋਈ ਵਰਣ ਦਾ ਭਰਮ ਹੈ, ਕੋਈ ਵੀ ਨਹੀਂ। ਇੱਥੇ ਇੱਕ ਮੂਲ ਦੀ ਗੱਲ ਹੈ, ਉਸੇ ਨੂੰ ਬੁੱਝਣਾ ਹੈ, ਉਸੇ ਦਾ ਪ੍ਰਗਟਾਵਾ ਹੈ। ਸਭ ਕੁਝ ਗੁਰੂ ਕੀ ਕਿਰਪਾ ਨਾਲ ਵੀ ਅਨੁਭਵ ਉਹਦਾ ਵਰਤਦਾ ਹੈ। ਜਿਹੜਾ ਸਾਹਿਬ ਜੀ ਕਹਿੰਦੇ ਨਾਨਕ ਸੋ ਸੂਖਮ, ਸੂਖਮ ਦਾ ਅਰਥ ਹੈ ਬਹੁਤ ਬਰੀਕ, ਜਿਹਨੂੰ ਅੱਖਾਂ ਨਾਲ ਨਹੀਂ, ਕਿਸੇ ਪਰਖਣ ਵਾਲੀ ਵਿੱਚ ਵੀ ਪਰਖਿਆ ਨਾ ਜਾਏ। ਬੜਾ ਸੂਖਸ਼ਮ। ਆ ਗ੍ਰੈਵਿਟੀ ਨੂੰ ਕਿਸੇ ਪਰਖਣ ਵਾਲੀ 'ਚ ਕਿਵੇਂ ਕੋਈ ਪਰਖੇਗਾ? ਬੜੀ ਸੂਖਸ਼ਮ ਹੈ। ਖਿੱਚ, ਗੁਰਤਵਾਕਰਸ਼ਣ ਜਿਹੜਾ ਬਲ ਹੈ ਧਰਤੀ ਦਾ। ਆਤਮਾ ਬੜੀ ਸੂਖਸ਼ਮ ਹੈ। ਕੋਈ ਕਿੱਦਾਂ, ਠੀਕ ਹੈ, ਕੋਈ ਡਾਕਟਰ ਸਰੀਰ ਦੇ ਅੰਗਾਂ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਵੀ ਹਾਰਟ ਇੱਥੇ ਹੈ, ਕਿਡਨੀ ਇੱਥੇ ਹੈ, ਪਰ ਇਹ ਕਿਵੇਂ ਕਹਿ ਸਕਦਾ ਹੈ ਵੀ ਆਤਮਾ ਇੱਥੇ ਕੋ ਹੈ? ਉਹ ਜੀਵਨ ਦੀ ਸੱਤਾ ਤੇ ਰੌਂ ਰੌਂ ਵਿੱਚ ਸਮਾਈ ਹੈ। ਗ੍ਰੈਵਿਟੀ ਧਰਤੀ ਦੇ ਕਣ ਕਣ ਵਿੱਚ ਸਮਾਈ ਹੈ। ਮਾਲਕ ਵਾਹਿਗੁਰੂ ਸੂਖਸ਼ਮ ਸਥੂਲ ਦੇ ਕਣ ਕਣ ਦੇ ਵਿੱਚ ਸਮਾਇਆ। ਸਥੂਲ ਦਾ ਅਰਥ ਹੈ ਜੋ ਦਿਸ ਰਿਹਾ, ਜੋ ਦਿਸ ਰਿਹਾ ਉਹ ਸਥੂਲ ਹੈ। ਸੂਖਸ਼ਮ ਹੈ ਜਿਹਦੇ ਕਰਕੇ ਦਿਸਦਾ ਹੋਂਦ ਵਿੱਚ ਆਇਆ। ਗੁਰਦੇਵ ਕਹਿੰਦੇ ਭਾਵੇਂ 2 ਸ਼ਬਦ ਨੇ, ਸੂਖਸ਼ਮ ਤੇ ਸਥੂਲ, ਪਰ ਹੈ ਇੱਕੋ ਹੀ ਹੈ। ਸ਼ਬਦ 2 ਹੋਣਗੇ। ਜਿਵੇਂ ਆਤਮਾ ਦਾ ਬਾਹਰੀ ਰੂਪ ਹੈ ਸਾਡਾ ਸਰੀਰ, ਸਰੀਰ ਦਾ ਅੰਦਰਲੀ ਸਰੂਪ ਹੈ ਸਾਡੀ ਆਤਮਾ। ਕਿੱਥੋਂ ਆਪਾਂ ਵੱਖ ਕਰਾਂਗੇ? ਕਿੱਥੋਂ ਕਹੀਏ ਵੀ ਆਤਮਾ ਖਤਮ ਹੋ ਗਈ, ਸਰੀਰ ਸ਼ੁਰੂ ਹੋ ਗਿਆ? ਕਿੱਥੋਂ ਕਹੀਏ ਪਿੱਥੋਂ ਕਿ ਸਰੀਰ ਮੁੱਕਦਾ ਕਿ ਆਤਮਾ ਸ਼ੁਰੂ ਹੋ ਜਾਂਦੀ? ਸਾਡੇ ਜੀਵਨ ਵਿੱਚ ਸੂਖਸ਼ਮ ਤੇ ਸਥੂਲ ਓਤ ਪ੍ਰੋਤ ਨੇ, ਉਹ ਨਹੀਂ ਵੱਖਰੇ ਕੀਤੇ ਜਾ ਸਕਦੇ। ਸੰਸਾਰ ਕਰਤਾਰ ਓਤ ਪ੍ਰੋਤ ਨੇ। ਗੁਰਦੇਵ ਕਹਿੰਦੇ ਹਾਂ, ਇੱਕ ਦਿਨ ਸਥੂਲ ਮਿਟ ਜਾਂਦਾ ਹੈ, ਜਿਵੇਂ ਲਹਿਰ ਮਿਟ ਜਾਂਦੀ ਹੈ, ਪਾਣੀ ਰਹਿ ਜਾਂਦਾ ਹੈ। ਗੁਰਦੇਵ ਕਹਿੰਦੇ ਇਸੇ ਤਰ੍ਹਾਂ ਸੂਖਸ਼ਮ ਤੋਂ ਸਾਰਾ ਸਥੂਲ ਦਾ ਪਸਾਰ ਹੈ। ਸਥੂਲ ਇੱਕ ਦਿਨ ਫਿਰ ਸੂਖਸ਼ਮ ਦੇ ਵਿੱਚ ਆਪਣੇ ਅਸਲ ਰੂਪ ਦੇ ਅੰਦਰ ਸਮਾ ਜਾਂਦਾ ਹੈ। ਤੇ ਜਬ ਦੇਖੋ ਤਬ ਸਭ ਕਿਛ ਮੂਲ, ਜਦੋਂ ਵੀ ਵੇਖਿਆ ਰੱਬ ਦੇ ਪਿਆਰੇ ਨੇ, ਉਹਨੇ ਮੂਲ ਵੇਖਿਆ ਹੈ, ਉਹਨੇ ਹੋਰ ਕੁਝ ਨਹੀਂ ਵੇਖਿਆ। ਨਾਨਕ ਸੋ ਸੂਖਮ ਸੋਈ ਅਸਥੂਲ, ਮਾਲਕ ਹੀ ਸੂਖਸ਼ਮ ਹੈ, ਉਹੀ ਹੀ ਸਥੂਲ ਹੈ। ਇਹ 2 ਨਹੀਂ, ਵਰਤਾਰਾ ਇੱਕੋ ਦਾ ਵਰਤ ਰਿਹਾ, ਜਿਹਨੂੰ ਬਾਣੀ ਨੇ ਇੱਕ ਓੰਕਾਰ ਕਿਹਾ। ਦੂਜਾ ਸਾਡਾ ਕੋਈ ਭਰਮ ਹੋਏਗਾ, ਸਾਡੀ ਕੋਈ ਅਗਿਆਨਤਾ ਹੋਏਗੀ, ਸਾਡੀ ਬਹੁਤ ਵੱਡੀ ਬੇਸਮਝੀ ਹੈ ਦੂਜਾ। ਤੋ ਸਾਹਿਬ ਜੀ ਅੱਗੇ ਆਖਦੇ ਨੇ, ਨਾ ਕਿਛ ਜਨਮੈ ਨਾ ਕਿਛ ਮਰੈ। ਜਿਹੜਾ ਜਨਮਦਾ ਹੀ ਨਹੀਂ, ਉਹ ਮਰੇਗਾ ਕਿੱਥੋਂ? ਹਾਂ, ਜਿਨ੍ਹਾਂ ਨੇ ਰੱਬ ਨੂੰ ਕਿਹਾ ਵੀ ਪਰਮਾਤਮਾ ਜਨਮ ਗਿਆ, ਬੜੇ ਐਸੇ ਖਿਆਲ ਮਿਲਦੇ ਨੇ। ਤੇ ਗੁਰੂ ਦੀ ਬਾਣੀ ਨੇ ਤੇ ਕਿਹਾ, ਬਚਨ ਕੀਤਾ ਹੈ ਵੀ ਜਿਹੜੀ ਜ਼ੁਬਾਨ ਕਹਿ ਰਹੀ ਹੈ ਨਾ ਰੱਬ ਜੰਮ ਗਿਆ, ਗੁਰੂਦੇਵ ਕਹਿੰਦੇ ਮੈਂ ਚਾਹੁੰਦਾ ਵੀ ਉਹ ਜ਼ੁਬਾਨ ਸੜ ਜਾਏ, ਉਹ ਬੋਲ ਹੀ ਨਾ ਸਕੇ।
ਤੇ ਸਤਿਗੁਰ ਕਹਿੰਦੇ ਜਿਹੜੇ ਰੱਬ ਨੂੰ ਕਿਸੇ ਪੰਘੂੜੇ 'ਚ ਬਿਠਾ ਕੇ ਉਹਨੂੰ ਹਿਲਾ ਰਹੇ ਹੋਣ, ਇਹ ਕਹਿ ਰਹੇ ਹੋਣ ਵੀ ਭਗਵਾਨ ਹੁਣ ਬੱਚਾ ਅਸੀਂ ਲੋਰੀ ਦੇ ਰਹੇ, ਹੁੰਦਾ ਇਸੇ ਤਰ੍ਹਾਂ ਪਰਮਾਤਮਾ ਨੂੰ ਲੋਰੀ ਦਿੱਤੀ ਜਾਂਦੀ ਹੈ। ਉਸ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਜਨਮ ਗਿਆ। ਇੱਥੋਂ ਤੱਕ ਕਰੋਨਾ ਵੀ ਹੋ ਜਾਂਦਾ ਹੈ, ਰੱਬ ਬਿਮਾਰ ਵੀ ਕਈਆਂ ਦਾ ਰੱਬ ਹੋ ਜਾਂਦਾ ਹੈ। ਤੋ ਬਾਣੀ ਕਹਿੰਦੀ ਸਗਲ ਅਪਰਾਧ ਦੇ ਲਾਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਗੁਰਦੇਵ ਕਹਿੰਦੇ ਅਪਰਾਧਾਂ ਚੋਂ ਬਹੁਤ ਵੱਡਾ ਅਪਰਾਧ ਹੈ ਕੋਈ ਰੱਬ ਨੂੰ ਲੋਰੀ ਦੇ ਰਿਹਾ ਹੋਏ ਵੀ ਹੇ ਗੋਬਿੰਦ ਸੋ ਜਾ, ਹੇ ਗੋਬਿੰਦਾ ਖਾਲਾ। ਸਗਲ ਅਪਰਾਧ, ਸਤਿਗੁਰ ਗਏ ਸੀ ਜਗਨਨਾਥ ਦੀ ਧਰਤੀ ਤੇ। ਸਤਿਗੁਰ ਕਹਿੰਦੇ ਜਗਨਨਾਥ ਭਾਈ ਉਹ ਨਹੀਂ ਜਿਹਨੂੰ ਲੋਰੀਆਂ ਦਿੱਤੀਆਂ ਜਾਣ, ਜਿਹਦੀਆਂ ਦੀਵੇ ਬਾਲ ਕੇ ਆਰਤੀਆਂ ਕੀਤੀਆਂ ਜਾਣ। ਜਗਨਨਾਥ ਤੇ ਉਹ ਹੈ ਜਿਹਦੀ ਆਰਤੀ ਸਦਾ ਹੋ ਰਹੀ ਹੈ, ਜਿਹੜਾ ਸਾਰਿਆਂ ਨੂੰ ਲੋਰੀ ਦੇ ਰਿਹਾ, ਜੀਵਨ ਦੇ ਰਿਹਾ। ਗੁਰੂ ਨਾਨਕ ਸਾਹਿਬ ਗਏ ਸੀ ਜਗਨਨਾਥ ਦੀ ਧਰਤੀ ਤੇ, ਜਿੱਥੇ ਆਰਤੀ ਦਾ ਸ਼ਬਦ ਸਾਹਿਬ ਨੇ ਉਚਾਰਨ ਕੀਤਾ ਸੀ। ਤੇ ਗੁਰਦੇਵ ਕਹਿੰਦੇ ਤੁਹਾਡੇ ਮੂੰਹ ਬੰਦ ਕਿਉਂ ਨਹੀਂ ਹੋ ਜਾਂਦੇ? ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਜਿਹੜੇ ਕਹਿੰਦੇ ਨੇ ਰੱਬ ਜੰਮ ਗਏ। ਕਿਉਂ? ਕਿਉਂਕਿ ਜੇ ਉਹਦੇ ਨਾਲ ਜਨਮ ਸ਼ਬਦ ਜੋੜਾਂਗੇ ਫਿਰ ਮਰਨ ਵੀ ਜੋੜਨਾ ਪੈਣਾ। ਜਿੱਥੇ ਜਨਮ ਆ ਗਿਆ, ਆਤਮਾ ਦਾ ਆਪਾਂ ਜਨਮ ਨਹੀਂ ਕਹਿੰਦੇ, ਸਰੀਰ ਜਨਮਦਾ ਹੈ, ਆਤਮਾ ਨਹੀਂ ਜਨਮਦੀ। ਆਤਮਾ ਨਾ ਜੰਮਦੀ ਹੈ ਨਾ ਮਰਦੀ, ਉਹਦਾ ਤੇ ਪ੍ਰਗਟਾਵਾ ਹੈ ਆਪਾਂ ਕਹਿੰਦੇ ਹਾਂ। ਤੋ ਮੇਰੇ ਸਤਿਗੁਰ ਕਹਿੰਦੇ ਇਸ ਵਾਸਤੇ ਜੋ ਜੰਮਿਆ ਨਹੀਂ ਉਹ ਮਰੇਗਾ ਵੀ ਕੀ, ਜੋ ਆਉਂਦਾ ਨਹੀਂ ਉਹ ਜਾਏਗਾ ਵੀ ਕੀ, ਜੋ ਬਣਦਾ ਨਹੀਂ ਉਹ ਵਿਣਸੇਗਾ ਵੀ ਕੀ। ਮੇਰੇ ਸਾਹਿਬ ਕਹਿੰਦੇ ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਸਤਿਗੁਰ ਕਹਿੰਦੇ ਸਗੋਂ ਇਹ ਤੇ ਰੱਬ ਦਾ ਚਲਿੱਤਰ ਹੈ। ਚਲਿੱਤਰ ਦਾ ਅਰਥ ਹੈ ਖੇਡ। ਆਪਨ ਚਲਤ ਆਪ ਹੀ ਕਰੇ, ਆਪਣੇ ਚਲਿੱਤਰ ਵਾਹਿਗੁਰੂ ਆਪ ਵਰਤਾਉਂਦਾ ਹੈ। ਇਹ ਸਾਨੂੰ ਲੱਗਦਾ ਹੈ ਕਿਉਂਕਿ ਸਾਡੀ ਦ੍ਰਿਸ਼ਟੀ ਇੱਕ ਸੀਮਤ ਦਾਇਰੇ 'ਚ ਹੈ। ਅਸੀਂ ਅਸੀਮ ਨਹੀਂ, ਬੰਦੇ ਦੀ ਜਿੱਥੇ ਮੱਤ ਕਹੀਏ, ਸਰੀਰਕ ਕਹੀਏ, ਜਿੰਨੇ ਵੀ ਸਾਡੇ ਕੋਲ ਸਾਧਨ ਹੋਣ, ਅਸੀਂ ਅਸੀਮ ਨਹੀਂ ਕਦੇ ਹੋ ਸਕਦੇ। ਭਾਵੇਂ ਜਿੰਨੇ ਮਰਜ਼ੀ ਸਪੇਸ 'ਤੇ ਚਲੇ ਜਾਈਏ, ਅਸੀਂ ਇੰਨੇ ਅਸੀਮ ਨਹੀਂ ਅਸੀਂ ਵੀ ਆਕਾਸ਼ ਤੋਂ ਪਾਰ ਹੋ ਜਾਵਾਂਗੇ। ਜਿੰਨੇ ਵੀ ਸਾਡੇ ਕੋਲ, ਤਾਂ ਹੀ ਸਾਹਿਬ ਕਹਿੰਦੇ ਵਾਹਿਗੁਰੂ ਮੱਤ ਸਾਡੀ ਥੋੜ੍ਹੀ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਣ ਵਡਾਈ। ਵਾਹਿਗੁਰੂ ਕਿੰਨਾ ਵੀ ਕਹਿ ਲਈਏ, ਸੀਮਾ ਵਾਲਾ ਕਦੇ ਵੀ ਅਸੀਮ ਨੂੰ ਨਹੀਂ ਜਾਣ ਸਕਦਾ ਪੂਰਨ ਤੌਰ 'ਤੇ। ਤੇ ਮੇਰੇ ਗੁਰਦੇਵ ਕਹਿੰਦੇ ਵਾਹਿਗੁਰੂ ਤੇਰੇ ਚਲਿੱਤਰ ਨੇ। ਜਦੋਂ ਸਾਡੀ ਮੱਤ ਸੀਮਾ 'ਚ, ਹਾਂ ਅਨੁਭਵ ਗੁਰੂ ਬਖਸ਼ੇ ਕਿਸੇ ਨੂੰ, ਕਿਸੇ ਦੀ ਸੁਰਤ ਉਡਾਰੀ ਮਾਰੇ। ਰੱਬ ਦੇ ਪਿਆਰਿਆਂ ਦੀ ਸੁਰਤ ਉਡਾਰੀ ਮਾਰੀ ਗਈ। ਆ ਸੰਸਾਰ 'ਚ ਰਹਿੰਦੇ ਪੰਡਤ ਰਹਿ ਗਏ ਵੇਦ ਪੜ੍ਹਦੇ, ਲੋਕ ਰਹਿ ਗਏ ਗੰਗਾ ਨਹਾਉਂਦੇ। ਬਾਬਾ ਰਵਿਦਾਸ ਪਹੁੰਚ ਗਿਆ ਉਸ ਬੇਗਮਪੁਰੇ, ਉੱਥੇ ਪਹੁੰਚ ਗਈ ਸੁਰਤ। ਬੇਗਮਪੁਰਾ ਸ਼ਹਿਰ ਕੋ ਨਾਮ, ਦੁਖ ਅੰਦੋ ਨਹੀਂ ਤੇ ਠਾਉ। ਸੁਰਤ ਕਰਕੇ, ਅਨੁਭਵ ਕਰਕੇ ਰੱਬ ਦੇ ਪਿਆਰੇ ਪਹੁੰਚ ਗਏ। ਪਰ ਉਹਨਾਂ ਦੇ ਬੋਲ ਤਾਂ ਕਰਕੇ ਕਿਉਂਕਿ ਅਸੀਂ, ਸਾਡੀ ਸੁਰਤ ਸੰਸਾਰ 'ਤੇ ਖਲੋਤੀ ਹੋਈ, ਨਿਰੰਕਾਰ ਦੇ ਬੋਲ ਕਿਵੇਂ ਸਮਝ ਲੈਗੀ, ਤਾਂ ਕਰਕੇ ਸਾਡੇ ਅਨੁਭਵ 'ਚ ਨਹੀਂ ਆਉਂਦੀ ਬਾਣੀ। ਸਤਿਪੁਰਸ਼ਾਂ ਦੇ ਬੋਲ ਨਹੀਂ ਆਉਂਦੇ। ਸਾਡਾ ਹੋਰ ਮੰਡਲ ਹੁੰਦਾ, ਉਹਨਾਂ ਰੱਬ ਦੇ ਪਿਆਰਿਆਂ ਦਾ ਹੋਰ ਮੰਡਲ ਹੁੰਦਾ। ਕਿੱਦਾਂ ਚੱਲ ਜਾਏ ਉਹਨਾਂ 'ਚ? ਤਾਂ ਕਰਕੇ ਦੋ ਭਾਸ਼ੀਆ ਚਾਹੀਦਾ। ਫਿਰ ਤਾਂ ਕਰਕੇ ਗੁਰੂ ਨੂੰ ਵਿੱਚ ਬੈਠਣਾ ਪਿਆ। ਗੁਰੂ ਵਿਚੋਲਾ ਬਣ ਗਿਆ, ਸੇਤੂ ਬਣ ਗਿਆ, ਵਸੀਠ ਬਣ ਗਿਆ। ਤਾਂ ਕਰਕੇ ਗੁਰੂ ਦੀ ਮੌਜੂਦਗੀ ਬੜੀ ਜ਼ਰੂਰੀ ਹੈ ਜੀਵਨ ਦੇ ਅੰਦਰ। ਮੇਰੇ ਸਾਹਿਬ ਕਹਿੰਦੇ ਗੁਰੂ ਮਾਰਗ ਸੌਖਾ ਬਖਸ਼ਿਸ਼ ਕਰ ਦਿੰਦਾ, ਜੁਗਤੀ ਬਖਸ਼ਿਸ਼ ਕਰ ਦਿੰਦਾ।
नहीं तो होर साडे सीमा वालियां कोल कोई साधन नहीं है भी असीं असीम नूं माण सकीए। ते जिन्हां दी सुरत उडारी मार गई रब दे प्यारियां दी, लोक रह गए ना तू आवें वस बहुत घिनावणे, ना तू आवें वस वेद पढ़ावणे। ਜਿਹੜੇ ਕਹਿੰਦੇ ਸੀ बस वेद ही है सब कुछ, ਤੇ ਕਈਆਂ ਨੇ दावा ਕੀਤਾ नहीं तीर्थ ही है सब कुछ। ना तू आवें वस तीर्थ नहाइए, ना तू आवें वस धरती धाइए, ना तू आवें वस कितै सियाणपै, ना तू आवें वस बहुता दान दे, सब को तेरा वस अगम अगोचरा, तू भगतां कै वस भगतां तान तेरा। भगतां ने उडारी मारी उस मंडल दे वासी बन गए, जिथे साहब कहंदे आपन चलत आप ही करे। अपने चलित्र ने आप करदा, बड़ी वड्डी खेड है रब दी। आवण जावण दृष्ट अनदृष्ट। दृष्ट का अर्थ है जो साडी दृष्टि च, अनदृष्ट का अर्थ है जो नहीं, जरूरी नहीं असी सब कुछ नहीं वेख सकते। इस स्थान ते बैठे हाँ, ये थां भी आपां पूरा नहीं वेख रहे, अन्नियां कित्थे दिस रहीआं ने। गुरुद्वारा साहब आ गए हाँ, आपां सारा गुरुद्वारा थोड़ा वेख रहे हैं, दृष्टि बड़ी सीमित है साडी। गुरुदेव कहंदे दिसदा अणदिसदा, जो कुछ मालिक दा बनाया, आवण जावण आउणा जाना, दृष्ट दिसदा अनदृष्ट जिहड़ा नहीं दिसदा। बहुत कुछ है जो अनदृष्ट रह जाना है, सच जाने हो। अज तो 100-150 साल पहलों जो नहीं सी दिसदा, विग्यानियां ने वो दिसदा बना दिता है। अज तो पहलों जिहड़ा अज्ञात सी उन्होंने ज्ञात कर लिया, ते अगे भी बहुत कुछ ज्ञात हो जाएगा। पर परमात्मा इस तरह नहीं है भी आपां उन्होंने ज्ञात कर लांगे कुछ समय बाद, वो रहस्य है। साहब जी कहन लगे, गुरुदेव कहंदे संसार है जिहड़ा अज्ञात नूं आपां ज्ञात बना लैंदे, पर गुरुदेव कहंदे जिन्ना मर्जी होए अनदृष्ट रह ही जाना है साडे कोल। साडी दृष्टि कदे भी संपूर्ण नहीं वेख सकेगी, कदे भी ना किसी ने वेखे है। एक बूंद ठीक है भगत जन रब दे प्यारे अभेद हो गए, बूंद समुंदर च रल गई, पर फिर भी समुंदर नूं पूर्ण नहीं जान सकी। उस सुकरात ने लिखे है, समुंदर ते टहलदे होए कोई बच्चा रो रहा है, पुछया क्यों रो रहे हैं। सुकरात नूं वो कहन लगा मैं तां करके रोना है, मेरे कटोरे च समुंदर नहीं आउंदा। भांडा सी उहदे कोल कोई, इहदे च समुंदर क्यों नहीं समाउंदा। ते सुकरात दे बड़ा दार्शनिक फिलोसफर उहदे भी अथरू निकल गए। बच्चे नूं कहन लगा तेरे कोलों मैनूं ज्ञान मिल गया, बस मैं भी यही यतन कर रहा। जिवें तू इस भांडे च समुंदर बंद करन दा यतन करदा, मैं भी इस तरह अपनी फिलोसफी नाल, अपने दार्शनिक पक्ष दे नाल मैं समझ रहा भी मैं कुदरत नूं समझ लवां। कहन लगा नहीं समझिया जाना। तो बच्चे ने भांडा समुंदर सुट दिता, कहन लगा चलो कोई नहीं, समुंदर भांडे च नहीं पैंदा, भांडा ते समुंदर च पै सकदा है। सुकरात कहन लगा बस अज मैनूं पता लग गया, मैं नहीं सब कुछ जान सकदा, हाँ जिहड़ा है मैं उहदे च ते जरूर समा सकदा है। रब दे प्यारे लीन हो गए उहदे अंदर, बूंद समुंदर च लीन हो सकती है, समुंदर नूं नहीं। रब दे विच लीन हो के भी रब दे प्यारिਆਂ ने कहा वाहिगुरू तू बेअंत है, तेरा कोई अंत नहीं। ये नहीं कहता उन्होंने भी साडे कोलों पुछो असीं दसदे हां रब बारे, नहीं। तां भी उन्होंने वाहिगुरू दी बेअंतता दा, आश्चर्यता दा बार बार जिक्र किया है। तो आग्याकारी धारी सब सृष्ट, जिन्नी भी सृष्टि है रब दी आग्या च। अग नूं तुसीं दबके मारो, साडी गल नहीं मननी अग ने, उन्होंने कहे भी तू ठंडी हो जा,
ਨਹੀਂ ਮੰਨੇਗੀ। ਹਵਾ ਨੂੰ ਤੁਸੀਂ ਦਬਕੇ ਮਾਰੋ, ਨਹੀਂ ਮੰਨੇਗਾ। ਧਰਤੀ ਨੂੰ ਜਿੰਨਾ ਮਰਜ਼ੀ ਡਰਾ ਲਓ ਤੁਸੀਂ ਕਿੱਕਰ ਬੀਜ ਕੇ, ਤੇ ਜਿੰਨੀ ਮਰਜ਼ੀ ਉਸਤਤ ਕਰ ਲਓ, ਧਰਤੀ ਮਾਤਾ ਤੂੰ ਬੜੀ ਵੱਡੀ ਹੈ, ਬੜੀ ਮਹਾਨ ਹੈ, ਬੜੀ ਪ੍ਰਤਪਾਲਕ ਹੈ, ਕਿੱਕਰਾਂ ਬੀਜ ਕੇ ਜਿੰਨੀ ਮਰਜ਼ੀ ਵਡਿਆਈ ਕਰ ਲਓ, ਧਰਤੀ ਨੇ ਆਪਣਾ ਸੁਭਾਅ ਨਹੀਂ ਬਦਲ ਦੇਣਾ। ਰੱਬ ਦੇ ਤੱਤ ਰੱਬ ਦੇ ਹੁਕਮ ਦੇ ਵਿੱਚ ਨੇ, ਅਸੀਂ ਨਹੀਂ ਕਰ ਸਕਦੇ ਕੁਝ ਵੀ। ਆਪਾਂ ਜ਼ੋਰ ਲਾ ਕੇ ਵੇਖ ਹੀ ਲਿਆ, ਫਿਰ ਆਪਾਂ ਤੁਰ ਪਏ ਆ ਵੀ ਖਾਈਏ ਸਬਜ਼ੀਆਂ, ਰਾ ਮਟੀਰੀਅਲ, ਫਿਰ ਆਪਾਂ ਤੁਰ ਪਏ ਨਾ ਉਸ ਪਾਸੇ ਵੱਲ ਵੀ ਨਹੀਂ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ, ਕੁਦਰਤੀ ਜੀਵਨ ਜੀਏ, ਸਾਦਾ ਖਾਈਏ, ਸਾਦਾ ਪਾਈਏ, ਸਾਡੇ ਕੋਲ ਸਾਦੇ ਜਿਹੇ ਵਿਚਾਰ ਆਉਣ, ਬਹੁਤੀਆਂ ਸਿਆਣਪਾਂ ਨਾ ਆਉਣ। ਨਹੀਂ ਅਸੀਂ ਇਹਦੇ ਤੋਂ ਬਾਹਰ ਜਾ ਸਕਦੇ। ਮੱਛੀ ਕਿਵੇਂ ਸਮੁੰਦਰ ਤੋਂ ਬਾਹਰ ਜਾ ਸਕਦੀ? ਫਿਰ ਆਪਾਂ ਮੁੜ ਆਏ ਉਹੀ ਸੁੱਕੀਆਂ ਰੋਟੀਆਂ ਵੱਲ ਮੁੜ ਆਏ ਹਾਂ, ਉਹੀ ਫਲ ਸਬਜ਼ੀਆਂ ਵੱਲ ਮੁੜ ਆਏ ਹਾਂ, ਖਾ ਕੇ ਆਪਾਂ ਦੂਜੀਆਂ ਚੀਜ਼ਾਂ। ਕਿਉਂ? ਕਿਉਂਕਿ ਰੱਬ ਦੀ ਕੁਦਰਤ ਨੇ ਆਪਣਾ ਹੁਕਮ ਨਹੀਂ ਬਦਲਣਾ। ਸੂਰਜ ਆਪਣੀ ਮਰਿਆਦਾ ਨਹੀਂ ਬਦਲੇਗਾ, ਧਰਤੀ ਆਪਣੀ ਮਰਿਆਦਾ ਨਹੀਂ ਬਦਲੇਗੀ, ਹਵਾ ਨੇ ਸਾਡੇ ਰੋਲਾ ਪਾਉਣ ਨਾਲ ਗਰਮੀ ਘੱਟ ਨਹੀਂ ਜਾਣੀ, ਵੱਧ ਨਹੀਂ ਜਾਣੀ, ਹੁਕਮ 'ਚ ਹੈ। ਤੋ ਗੁਰਦੇਵ ਕਹਿੰਦੇ ਜਿੰਨੀ ਸ੍ਰਿਸ਼ਟੀ ਹੈ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਵਿੱਚ ਬੱਝੀ ਹੋਈ ਹੈ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚ ਥਾਪ ਥਾਪ। ਮਾਲਕ ਆਪ ਹੀ ਆਪ ਹੈ, ਕਈ ਢੰਗ ਦੇ ਨਾਲ ਇਹ ਸ੍ਰਿਸ਼ਟੀ ਦੀ ਰਚਨਾ ਹੈ। ਕਿੰਨੇ ਜੀ ਜੰਤ ਨੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ, ਸਾਨੂੰ ਨਾਮ ਦਾ ਵੀ ਉਹਨਾਂ ਦੇ ਪਤਾ ਨਹੀਂ। ਅਨਕ ਜੁਗਤ ਕਈ ਤਰੀਕਿਆਂ ਨਾਲ ਰਚ ਕੇ ਥਾਪ ਬਣਾਉਂਦਾ ਹੈ, ਉਥਾਪ ਦਾ ਅਰਥ ਹੈ ਟਾ ਦਿੰਦਾ ਹੈ। ਕਿੰਨੇ ਤਰੀਕੇ ਦੇ ਜੀ ਜੰਤ ਨੇ, ਉਹ ਬਣਦੇ ਨੇ, ਮਿਟਦੇ ਨੇ, ਜਿਹਦੀ ਹਸਤੀ ਰੱਬ ਦੇ ਹੱਥ ਹੈ। ਕਿੰਨਾ ਆਪਾਂ ਯਤਨ ਕਰਦੇ ਹਾਂ। ਗੁਰਦੇਵ ਕਹਿਣ ਲੱਗੇ ਪਰ ਓੜਕ ਤੇ ਕਹਿਣਾ ਪੈਣਾ ਪ੍ਰਭ ਡੋਰੀ ਹਾਥ ਤੁਮਾਰੇ। ਮਾਲਕ ਤੇਰੇ ਵਸ ਹੈ ਤੇਰਾ ਵਿਧਾਨ, ਅਬਿਨਾਸ਼ੀ ਨਾਹੀ ਕਿਛ ਖੰਡ। ਵਾਹਿਗੁਰੂ ਖੰਡ ਦਾ ਅਰਥ ਹੈ ਟੋਟੇ, ਤੂੰ ਅਬਿਨਾਸ਼ੀ ਹੈ, ਇੱਕੋ ਜਿਹਾ ਵਿਆਪਕ ਹੈ, ਉਹਨੂੰ ਤੋੜਿਆ ਨਹੀਂ ਜਾ ਸਕਦਾ। ਵੀ ਆਪਾਂ ਵੰਡ ਲਈਏ, ਵੀ ਗੁਰਦੁਆਰੇ ਵਾਲੇ ਆਪਣਾ ਰੱਬ ਵੰਡ ਲੈਣ, ਮੰਦਰ ਵਾਲੇ ਆਪਣਾ ਵੰਡ ਲੈਣ, ਮਸੀਤਾਂ ਵਾਲੇ ਆਪਣਾ। ਵੰਡਿਆ ਇੱਦਾਂ ਹੀ ਆ ਲੋਕਾਂ ਨੇ। ਗੁਰੂ ਘਰ 'ਚ ਤਾਂ ਹੀ 4 ਦਰਵਾਜ਼ੇ ਨੇ ਨਾ ਭਾਈ। ਠੀਕ ਹੈ, ਧਰਤੀ ਭਰਾ ਵੰਡ ਲੈਣ, 2 ਦੇਸ਼ ਵੰਡ ਲੈਣ, ਭਲਿਓ ਰੱਬ ਨੂੰ ਨਾ ਵੰਡਿਓ। ਉਹ ਵੰਡਿਆ ਜਾ ਵੀ ਨਹੀਂ ਸਕਣਾ, ਕਿਸੇ ਦਿਸ਼ਾ 'ਚ ਨਹੀਂ ਵੰਡਿਆ ਜਾਣਾ, ਕਿਸੇ ਮਜ਼ਹਬ 'ਚ ਨਹੀਂ ਵੰਡਿਆ ਜਾਣਾ, ਕਿਸੇ ਲਿਬਾਸ ਕਰਕੇ ਨਹੀਂ ਵੰਡਿਆ ਜਾਣਾ, ਕਿਸੇ ਨਾਮ ਕਰਕੇ ਵੀ ਉਹਨੇ ਵੰਡਿਆ ਨਹੀਂ ਜਾਣਾ। ਕੋਈ ਨਾਮ ਹੈ, ਮਾਲਕ ਤੇ ਕੋਈ ਹੈ। ਅਬਨਾਸ਼ੀ ਨਾਹੀ ਕਿਛ ਖੰਡ, ਉਹ ਅਬਨਾਸ਼ੀ ਹੈ, ਹਰੇਕ ਥਾਂ ਤੇ ਮੌਜੂਦ ਹੈ, ਹਰੇਕ ਹਿੱਸੇ 'ਚ, ਪਰ ਉਹਦੇ ਹਿੱਸੇ ਨਹੀਂ ਕੀਤੇ ਜਾ ਸਕਦੇ। ਧਾਰਨ ਧਾਰ ਰਹਿਓ ਬ੍ਰਹਮੰਡ, ਜਿਹਨੇ ਆਪਣੀ ਕਲਾ ਦੇ ਨਾਲ ਸਾਰੇ ਬ੍ਰਹਮੰਡ ਨੂੰ, ਬ੍ਰਹਮਾਂਡ ਉਹਨੂੰ ਧਾਰਿਆ, ਟਿਕਾਇਆ ਹੋਇਆ। ਅਲਖ ਅਭੇਵ ਪੁਰਖ ਪ੍ਰਤਾਪ। ਸਾਹਿਬ ਕਹਿੰਦੇ ਵਾਹਿਗੁਰੂ ਤੂੰ ਅਲਖ ਹੈ, ਅਭੇਵ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਬੜਾ ਰਮਜ਼ੀ ਹੈ, ਤਾਂ ਹੀ ਪਾਇਆ ਨਹੀਂ। ਤਾਂ ਹੀ ਉਹ ਨਵੇਂ ਤੋਂ ਨਵਾਂ ਕਿਉਂ ਹੈ? ਜਿਹੜੀ ਚੀਜ਼ ਦਾ ਆਪਾਂ ਭੇਦ ਪਾਉਂਦੇ ਉਹ ਪੁਰਾਣੀ ਹੋ ਜਾਂਦੀ ਹੈ। ਤੁਸੀਂ ਕਾਰ ਲਿਆਂਦੀ ਨਵੀਂ, ਭੇਤ ਆ ਗਿਆ, ਉਹੀ ਧਿਆਨ ਨਹੀਂ ਜਾਂਦਾ ਬੰਦੇ ਦਾ ਫਿਰ ਉੱਧਰ। ਕਿਸੇ ਨੇ ਮੋਬਾਈਲ ਨਵਾਂ ਲਿਆਂਦਾ, 4-5 ਦਿਨ ਫੰਕਸ਼ਨ ਵੇਖਦਾ, ਫਿਰ ਪੁਰਾਣਾ ਹੋ ਗਿਆ। ਜਿਹੜੀ ਚੀਜ਼ ਦਾ ਆਪਾਂ ਭੇਤ ਪਾ ਲੈਂਦੇ ਉਹ ਪੁਰਾਣੀ ਉਹਦੇ 'ਚੋਂ ਰਹੱਸ ਮੁੱਕ ਜਾਂਦਾ। ਤਾਂ ਹੀ ਵਿਗਿਆਨ ਨੇ ਜਿਹੜੀਆਂ ਚੀਜ਼ਾਂ ਦਾ ਭੇਦ ਪਾ ਲਿਆ ਉਹਦੇ 'ਚੋਂ ਰਹੱਸ ਮੁੱਕ ਗਏ। ਬੱਚਾ ਜਿਵੇਂ ਕਿਸੇ ਚੀਜ਼ ਦਾ ਭੇਦ ਪਾਉਂਦਾ ਜਾਂਦਾ, ਨਹੀਂ ਤੇ ਛੋਟਾ ਬੱਚਾ ਵੇਖੋ ਉਹ ਮਿੱਟੀ ਨਾਲ ਵੀ ਖੇਡੀ ਜਾਏਗਾ, ਉਹ ਨਿੱਕੀ ਚੀਜ਼ ਨਾਲ ਖੇਡਦਾ। ਰਹੱਸ ਹੈ, ਜਿਵੇਂ ਭੇਦ ਪਾ ਲਿਆ
ਉਹਦਾ ਰਸ ਮੁੱਕ ਗਿਆ। ਤੋ ਜਿਹੜੀ ਚੀਜ਼ ਦਾ ਆਪਾਂ ਭੇਦ ਪਾ ਲੈਨੇ ਉਹਦਾ ਰਹੱਸ ਮੁੱਕ ਜਾਂਦਾ ਹੈ, ਤੇ ਮਾਲਕ ਦਾ ਅੱਜ ਤੱਕ ਭੇਦ ਪਾਇਆ ਨਹੀਂ, ਉਹਦਾ ਰਹੱਸ ਮੁੱਕਿਆ ਵੀ ਨਹੀਂ ਤੇ ਨਾ ਮੁੱਕਣਾ ਸਾਜਣਿਓ। ਤਾਂ ਹੀ ਸਾਹਿਬ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹ ਨਵੇਂ ਤੋਂ ਨਵਾਂ ਰਹੇਗਾ ਮਾਲਕ ਵਾਹਿਗੁਰੂ। ਅੱਗੇ ਤੋਂ ਅੱਗੇ ਵੇਖੀਏ ਤਾਂ ਵੀ ਉਹ ਖਲੋਤਾ ਹੈ, ਪਿੱਛੇ ਤੋਂ ਪਿੱਛੇ ਵੇਖੀਏ ਤਾਂ ਵੀ ਉਹ ਖਲੋਤਾ ਹੈ। ਤਾਂ ਹੀ ਸਾਹਿਬ ਨੇ ਆਖਿਆ ਨਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਵਾਹਿਗੁਰੂ ਤੇਰੇ ਬਾਰੇ ਕੁਝ ਨਹੀਂ ਨਿਰਧਾਰਿਤ ਕੀਤਾ ਜਾ ਸਕਦਾ। ਜੇ ਆਦ ਪਿੱਛੇ ਤੋਂ ਪਿੱਛੇ ਦੇਖੀਏ ਗੱਲ ਤੇਰੇ ਤੇ ਮੁੱਕਦੀ ਹੈ, ਅੱਗੇ ਤੋਂ ਅੱਗੇ ਵੇਖੀਏ ਤਾਂ ਵੀ ਗੱਲ ਤੇਰੇ ਤੇ ਹੀ ਮੁੱਕਦੀ ਹੈ। ਤੂੰ ਹੀ ਹੈ, ਅਲੱਖ ਹੈ, ਅਪੇਵ ਹੈ, ਪੁਰਖ ਵਿਆਪਕ ਹੈ, ਪ੍ਰਤਾਪ ਕਲਾ ਵਾਲਾ ਹੈ, ਸ਼ਕਤੀ ਵਾਲਾ। ਆਪ ਜਪਾਏ ਤਾਂ ਨਾਨਕ ਜਾਪ, ਤੇ ਸਤਿਗੁਰ ਆਖਦੇ ਨੇ ਵਾਹਿਗੁਰੂ ਜਿਹਨੂੰ ਤੂੰ ਆਪ ਆਪਣਾ ਜਾਪ, ਆਪਣੀ ਭਗਤੀ, ਆਪਣੀ ਯਾਦ ਬਖਸ਼ਦਾ ਹੈ, ਤੇਰੀ ਯਾਦ ਨਾਲ ਜੁੜ ਜਾਂਦਾ ਹੈ। ਤੇ ਜਿਨ੍ਹਾਂ ਨੇ ਯਾਦ ਕੀਤਾ ਹੈ, ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ, ਉਹ ਸ਼ੋਭਾਵੰਤ ਹੋ ਜਾਂਦਾ ਹੈ। ਉਹਦੇ ਜੀਵਨ ਦੀ ਵੀ ਜਿਹਨੇ ਉਹਨੂੰ ਚੇਤੇ ਕੀਤਾ ਉਹ ਕਿੰਨਾ ਦਿਆਲੂ ਹੋ ਜਾਏਗਾ, ਕਿੰਨੀ ਨਿਮਰਤਾ ਉਹਦੇ 'ਚ ਆ ਗਈ, ਕਿੰਨਾ ਪਿਆਰ ਉਹਦੇ 'ਚ ਆ ਗਿਆ। ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਜਾਣ ਲਿਆ ਰੱਬ ਦੇ ਪਿਆਰੇ ਨੇ। ਮੱਖਣ ਤੇ ਅੱਗ ਕਰਕੇ ਪਿਘਲਦਾ, ਕੋਈ ਉਹਨੂੰ ਤਪਾਏ, ਰੱਬ ਦਾ ਪਿਆਰਾ ਪਿਘਲ ਜਾਂਦਾ ਕਦੋਂ ਕਿਸੇ ਹੋਰ ਨੂੰ ਦੁੱਖ ਲੱਗਦਾ ਹੈ। ਕਿੱਡੀ ਵੱਡੀ ਦਿਆਲਤਾ ਆ ਜਾਂਦੀ ਹੈ। ਜਨੇਊ ਕਿਸੇ ਦਾ ਲੱਥਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਤੁਰ ਪੈਂਦੇ ਨੇ। ਇਹ ਹੈ ਧਰਮ। ਕਿੱਡੀ ਵੱਡੀ ਵਿਸ਼ਾਲਤਾ ਆ ਗਈ ਉਸ ਜੀਵਨ ਦੇ ਅੰਦਰ। ਕਿੱਡਾ ਵੱਡਾ ਸ਼ੋਭਾਵੰਤ ਹੈ ਰੱਬ ਦਾ ਪਿਆਰਾ। ਜਿਨ ਪ੍ਰਭ ਜਾਤਾ, ਜਾਤਾ ਅਨੁਭਵ ਦੇ ਵਿੱਚ ਆਇਆ, ਸੋ ਸ਼ੋਭਾਵੰਤ, ਉਹ ਸ਼ੋਭਾ ਵਾਲਾ ਹੈ। ਸਗਲ ਸੰਸਾਰ ਉਧਰੈ ਤਿਨ ਮੰਤ, ਮੰਤ ਉਪਦੇਸ਼ ਸਿੱਖਿਆ। ਉਹਦੀ ਸਿੱਖਿਆ ਨਾਲ, ਜੀਵਨ ਦੇ ਨਾਲ ਸੰਸਾਰ ਦਾ ਭਲਾ ਹੁੰਦਾ ਹੈ। ਬਹੁਤ ਕੁਝ ਸਿੱਖਣ ਕੋਲ ਹੁੰਦਾ ਹੈ। ਦੁਨੀਆ ਉਹਦੇ ਕੋਲੋਂ ਬਹੁਤ ਕੁਝ ਸਿੱਖ ਸਕਦੀ ਹੈ ਜਿਹੜਾ ਰੱਬ ਦਾ ਹੋ ਜਾਏ। ਜਿਹੜਾ ਕਿਸੇ ਧੜੇ ਦਾ ਹੈ, ਕਿਸੇ ਮਜ਼ਹਬ ਦਾ ਹੈ, ਉਹ ਦੁਨੀਆ ਕੀ ਸਿੱਖੇਗੀ? ਉਹ ਕਹੇਗਾ ਵੀ ਬਸ ਦੂਜੇ ਨੂੰ ਦੂਜੇ ਕਾਫਰ ਨੇ ਸਾਰੇ, ਉਹ ਕਹੇਗਾ ਦੂਜੇ ਮਲੇਛ ਨੇ ਸਾਰੇ, ਉਹ ਇਹ ਕਹੇਗਾ, ਉਹ ਇਹ ਦਾਵਾ ਕਰੇਗਾ। ਪਰ ਜਿਹੜਾ ਰੱਬ ਦਾ ਹੋ ਗਿਆ ਉਹ ਕਹੇਗਾ ਵੀ ਏਕ ਪਿਤਾ ਏਕਸ ਕੇ ਹਮਵਾਰਕ, ਤੂੰ ਮੇਰਾ ਗੁਰਹਾਈ। ਉਹ ਕਹੇਗਾ ਨਹੀਂ ਭਾਈ, ਸਭ ਰੱਬ ਦੇ ਨੇ। ਉਹ ਇਹ ਨਹੀਂ ਕਹੇਗਾ ਵੀ ਇੰਨੇ ਬਹਿਸ਼ਤ ਵਿੱਚ ਜਾਣਾ ਹੈ, ਬਾਕੀ ਸਾਰੇ ਦੋਜ਼ਖ ਵਿੱਚ ਜਾਣਗੇ। ਉਹ ਇਹ ਨਹੀਂ ਕਹੇਗਾ ਵੀ ਬਾਕੀ ਸਾਰੇ ਨਰਕਾਂ ਨੂੰ ਜਾਣਗੇ, ਅਸੀਂ ਜਾਵਾਂਗੇ। ਉਹ ਸਭ ਦੀ ਗੱਲ ਕਰੇਗਾ। ਸਗਲ ਸੰਸਾਰ ਉਧਰੈ ਤਿਨ ਮੰਤਾ, ਗੁਰੂ ਦੇ ਮੰਤਰ ਨਾਲ ਸੰਸਾਰ ਦਾ ਭਲਾ ਹੈ। ਸਭਨਾਂ ਵਾਸਤੇ ਸਤਿਗੁਰੂ ਨੇ ਉਪਦੇਸ਼ ਬਖਸ਼ੇ ਹੈ, ਸਭਨਾਂ ਦਾ ਭਲਾ ਹੈ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਰੱਬ ਦੇ ਸੇਵਕ ਸਭ ਦਾ ਪਾਰ ਉਤਾਰਾ ਕਰਦੇ ਨੇ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਰੱਬ ਦੇ ਸੇਵਰ ਦੁੱਖਾਂ ਨੂੰ ਮਿਟਾਉਣ ਵਾਲੇ ਨੇ ਜੀਵਨ ਦੇ ਵਿੱਚੋਂ। ਵਿਸਾਰਨ ਮੁਕਾ ਦੇਣੇ, ਰੱਬ ਦੇ ਪਿਆਰਿਆਂ ਦੀ ਨੇੜਤਾ ਦੁੱਖਾਂ ਨੂੰ ਮਿਟਾਉਂਦੀ ਹੈ ਹਕੀਕਤ। ਉਹਨਾਂ ਦੀ ਸ਼ੋਅ, ਉਹਨਾਂ ਦੀ ਸੋਬਤ ਸੰਗਤ, ਉਹਨਾਂ ਦਾ ਜੀਵਨ, ਉਹਨਾਂ ਦੀ ਸਿੱਖਿਆ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਜਿਹੜੇ ਦੁਨੀਆ 'ਚ ਬਿਹਾਲ ਤੇ ਬੜੇ ਨੇ, ਤੁਸੀਂ ਹਰ ਪਾਸੇ ਵੇਖੋ, ਹਾਏ ਹਾਏ ਹੈ, ਦੁੱਖ ਹੈ। ਬਿਹਾਲ ਬਹੁਤ ਨੇ, ਨਿਹਾਲ ਕੋਈ ਰੱਬ ਦਾ ਭਾਗਾਂ ਵਾਲਾ ਹੈ, ਜਿਹੜਾ ਹਰੇਕ ਗਮ, ਹਰੇਕ ਖੁਸ਼ੀ, ਹਰੇਕ ਵਾਧੇ, ਹਰੇਕ ਘਾਟੇ 'ਚ ਚੜ੍ਹਦੀ ਕਲਾ 'ਚ ਹੈ। ਜਿੱਥੇ ਨਿਹਾਲ ਹੈ ਉੱਥੇ ਚੜ੍ਹਦੀ ਕਲਾ, ਉੱਥੇ ਵਿਕਾਸ ਹੈ ਰੱਬ ਦੇ ਪਿਆਰਿਆਂ ਦੇ ਅੰਦਰ।
ਤੋ ਗੁਰ ਕਾ ਸ਼ਬਦ ਜਪ ਭਏ ਨਿਹਾਲ, ਕੌਣ ਤੇ ਨਾਲੇ ਆਪੇ ਮੇਲ ਲਏ ਕਿਰਪਾਲ। ਜਿਨ੍ਹਾਂ ਨੂੰ ਕਿਰਪਾਲ ਮਾਲਕ ਵਾਹਿਗੁਰੂ ਇਸ ਤਰ੍ਹਾਂ ਦਾ ਮਿਲਾਪ ਅਨੁਭਵ ਬਖਸ਼ਿਸ਼ ਕਰਦੇ ਨੇ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਡ ਭਾਗੈ। ਉਹ ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਵੀ ਉਹ ਜੁੜੇ ਜਿਨ੍ਹਾਂ 'ਤੇ ਕਿਰਪਾ ਵਰਤੀ, ਗੁਰੂ ਕੇ ਸ਼ਬਦ ਨਾਲ, ਗੁਰੂ ਕੀ ਸੇਵਾ ਨਾਲ, ਬਚਨਾਂ ਨਾਲ ਉਹੀ ਜੁੜੇ ਨਾ। ਜਿਸਨੂੰ ਕਿਰਪਾ ਕਰੈ ਬਡ ਭਾਗੈ, ਵੱਡੇ ਭਾਗਾਂ ਨਾਲ ਜਿਨ੍ਹਾਂ 'ਤੇ ਕਿਰਪਾ ਹੋਈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਜਿਨ੍ਹਾਂ ਨੇ ਗੁਰਦੇਵ ਕਹਿੰਦੇ ਨਾਮ ਜਪਿਆ, ਬੜੀ ਵੱਡੀ ਦਾਤ ਹੈ ਨਾਮ ਦੀ। ਇੱਕ ਪੈਕੇਜ ਹੈ ਨਾਮ ਪੂਰਾ, ਸਭ ਕੁਝ। ਨਾਮ ਕੋਈ ਇਕੱਲੀ ਇੱਕ ਕਿਰਿਆ ਨਹੀਂ ਹੈ, ਨਾਮ ਇੱਕ ਸਮੁੱਚੀ ਜੀਵਨ ਜਾਚ ਹੈ, ਜਿਹਦੇ 'ਚ ਭਾਣਾ ਆ ਜਾਂਦਾ ਹੈ, ਜਿਹਦੇ 'ਚ ਸੇਵਾ ਆ ਜਾਂਦੀ ਹੈ, ਜਿਹਦੇ 'ਚ ਉਹਦੀ ਯਾਦ ਆ ਜਾਂਦੀ ਹੈ, ਜਿਹਦੇ 'ਚ ਸਾਰੇ ਰੱਬ ਦੇ ਗੁਣ ਆ ਜਾਂਦੇ ਨੇ। ਜਿਵੇਂ ਮੇਰਾ ਕੋਈ ਸਰੀਰ ਦਾ ਇੱਕ ਅੰਗ ਸਰੀਰ ਨਹੀਂ ਹੈ, ਮੇਰਾ ਹੱਥ ਸਰੀਰ ਦਾ ਅੰਗ ਹੈ, ਹੱਥ ਹੀ ਸਰੀਰ ਨਹੀਂ ਹੈ। ਅੱਖਾਂ ਸਰੀਰ ਦਾ ਅੰਗ ਨੇ, ਪਰ ਅੱਖਾਂ ਹੀ ਸਰੀਰ ਨਹੀਂ। ਇਸੇ ਤਰ੍ਹਾਂ ਕਈ ਪ੍ਰਣਾਲੀਆਂ ਤੋਂ ਜੁੜ ਕੇ ਨਾਮ ਬਣਦਾ ਹੈ। ਵਾਹਿਗੁਰੂ ਵਾਹਿਗੁਰੂ ਕਹਿਣਾ ਨਾਮ ਦੀ ਇੱਕ ਸ਼ਰੰਖਲਾ ਹੈ, ਨਾਮ ਦਾ ਇੱਕ ਅੰਗ ਹੈ। ਉਹਦੇ ਸਭ ਕੁਝ ਹੀ ਆਉਣਾ ਹੈ। ਉਹ 'ਚ ਸੇਵਾ ਵੀ ਆਏਗੀ, ਭਾਣਾ ਵੀ ਆਏਗਾ, ਪਰਉਪਕਾਰ ਵੀ ਆਉਣਗੇ, ਕਿਰਤ ਵੀ ਆਏਗੀ, ਕਿੰਨਾ ਕੁਝ ਸਾਰਿਆਂ ਦਾ ਜੋੜ ਨਾਮ ਬਣਦਾ ਹੈ। ਇੱਕ ਸਮੁੱਚੀ ਜੀਵਨ ਜਾਚ ਹੈ ਨਾਮ। ਤੋ ਜਿਹੜੇ ਜੀਵਨ ਵਿੱਚ ਸਾਹਿਬ ਜੀ ਕਹਿੰਦੇ ਵਰਦੀ ਹੈ। ਬਾਣੀ ਦਾ ਸਹਿਜ ਪਾਠ ਵੀ ਇੱਕ ਨਾਮ ਹੈ। ਫਿਰ ਬੇਨਤੀ ਕਰਦਾ, ਜਿਹੜੇ ਸਹਿਜ ਪਾਠ ਕਰਦੇ ਨੇ ਉਹ ਵੀ ਸਮਝ ਲਓ ਨਾਮ ਨਾਲ ਜੁੜਦੇ ਨੇ। ਅਸੰਗਤ ਵੀ ਜੁੜੇ ਹੋ, ਇਹ ਵੀ ਨਾਮ ਦਾ ਇੱਕ ਅੰਗ ਹੀ ਹੈ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਕੀਤਾ, ਨਾਮ ਦਾ ਇੱਕ ਅੰਗ ਹੈ। ਕੋਈ ਸੇਵਾ ਕਰ ਰਿਹਾ ਰੱਬ ਦਾ ਪਿਆਰਾ, ਨਾਮ ਦਾ ਇੱਕ ਅੰਗ ਹੈ ਸਮੁੱਚਾ ਜਿਹੜਾ। ਗੁਰਦੇਵ ਕਹਿੰਦੇ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਉਹ ਰੱਬ ਦੇ ਪਿਆਰੇ ਪੁਰਖ ਨੂੰ ਆਪਾਂ ਉੱਤਮ ਕਰਕੇ, ਸ੍ਰੇਸ਼ਟ ਹੈ, ਮਨੁੱਖਾਂ 'ਚੋਂ ਮਹਾਨ ਜੀਵਨ ਵਾਲਾ, ਜਿਹਨੂੰ ਆਪਾਂ ਮਹਾਂਪੁਰਖ ਕਹਿ ਦਿੰਦੇ ਹਾਂ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਪਾਰਸ ਹੋਏ ਵਿੱਚ ਪੱਥਰਾਂ, ਪਾਰਸ ਪੱਥਰ ਹੋਏ ਨਾ ਜਾਈ। ਪਾਰਸ ਪੱਥਰਾਂ 'ਚ ਹੈ, ਜਿਵੇਂ ਹੀਰਾ ਪੱਥਰਾਂ 'ਚ ਹੈ, ਪਰ ਹੀਰਾ ਪੱਥਰ ਨਹੀਂ ਹੁੰਦਾ, ਪਰ ਹੈ ਪੱਥਰਾਂ ਦੀ ਸ਼੍ਰੇਣੀ 'ਚ ਹੀ ਆਉਂਦਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਹੁੰਦੇ ਮਨੁੱਖਾਂ ਵਰਗੇ ਨੇ, ਪਰ ਉਹ ਇਕੱਲੇ ਮਨੁੱਖਾਂ ਦੀ ਸ਼੍ਰੇਣੀ 'ਚ ਨਹੀਂ ਆਉਂਦੇ। ਉਹ ਇਕੱਲੇ ਖਾਣ ਪੀਣ ਵਾਸਤੇ ਨਹੀਂ ਹੁੰਦੇ, ਹੈ ਸਰੀਰ ਮਨੁੱਖਾਂ ਵਾਲਾ, ਪਰ ਬਿਰਤੀ ਸੁਰਤ, ਬਿਰਤ ਉਸ ਮਾਲਕ ਵਾਹਿਗੁਰੂ ਦੇ ਵਿੱਚ ਭੇਦ ਹੋ ਕੇ ਰੱਬ ਵਰਗੀ ਹੋ ਜਾਂਦੀ ਹੈ। ਸੱਪ ਸਿਰ ਮਣੀ ਵਿੱਚ ਸੱਪਾਂ ਫਿਰਾਂ ਹੀ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸੱਪ ਦੇ ਕੋਲ ਮਣੀ ਹੁੰਦੀ ਹੈ, ਉਹ ਵੀ ਸੱਪਾਂ 'ਚ ਫਿਰਦਾ ਹੈ, ਪਰ ਉਹਨਾਂ ਵਿੱਚ ਰਹਿ ਕੇ ਬੜਾ ਕੀਮਤੀ ਹੈ। ਚੰਦਨ ਹੈ ਰੁੱਖਾਂ 'ਚ ਹੀ, ਪਰ ਚੰਦਨ ਰੁੱਖਾਂ ਤੋਂ ਬਹੁਤ ਕੀਮਤੀ ਹੈ। ਉਹ ਆਮ ਰੁੱਖ ਨਹੀਂ ਹੈ, ਹੈ ਵਨਸਪਤੀ ਦੀ ਸ਼੍ਰੇਣੀ 'ਚ ਹੀ ਚੰਦਨ ਆਏਗਾ, ਪਰ ਬੜਾ ਕੀਮਤੀ ਹੈ। ਰੱਬ ਦਾ ਪਿਆਰਾ ਉਹ ਹੈ ਮਨੁੱਖੀ ਦੇਹੀ 'ਚ ਹੀ, ਪਰ ਬੜਾ ਸ੍ਰੇਸ਼ਟ, ਬੜਾ ਉੱਤਮ। ਤੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਸ੍ਰੇਸ਼ਟ ਹੈ ਉਹ ਗੁਣਾ ਕਰਕੇ, ਜੀਵਨ ਕਰਕੇ। ਤੇ ਸਾਹਿਬ ਆਖਦੇ ਨੇ, ਜੋ ਕਿਛ ਕਰੈ ਸੋ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਰੱਬ ਦਾ ਪਿਆਰਾ ਜੋ ਕੁਝ ਕਰਦਾ ਉਹਦੇ ਪਿਆਰ 'ਚ ਕਰਦਾ, ਮਜਬੂਰੀ ਨਹੀਂ ਹੁੰਦਾ। ਉਹਦਾ ਹਰੇਕ ਕੰਮ ਹੀ ਉਤਸ਼ਾਹ ਬਣ ਜਾਂਦਾ। ਭਗਤ ਕਬੀਰ ਜੀ ਦਾ ਕੱਪੜੇ ਬੁਣਨਾ ਵੀ, ਕਿਸੇ ਨੇ ਕਿਹਾ ਸੀ ਕੱਪੜੇ ਬੁਣੀ ਜਾਂਦੇ ਉਹ ਲੋਕਾਂ ਵਾਸਤੇ। ਭਗਤ ਕਬੀਰ ਜੀ ਕਹਿੰਦੇ ਨਹੀਂ, ਮੇਰੇ ਬਸਤਰ ਵੀ ਮੇਰਾ ਰੱਬ ਹੀ ਪਾਉਂਦਾ। ਕੱਪੜੇ ਲੈਣ ਆਏ ਗਾਹਕਾਂ ਵਿੱਚੋਂ ਭਗਤ ਕਬੀਰ ਜੀ ਨੂੰ ਰੱਬ ਦਿਸਦਾ ਹੈ। ਜੁੱਤੀ ਗੰਢਾਉਣ ਆਏ ਲੋਕਾਂ ਦੇ ਵਿੱਚੋਂ ਭਗਤ ਰਵਿਦਾਸ ਨੂੰ ਲੱਗਦਾ ਵੀ ਮੇਰੀਆਂ ਜੁੱਤੀਆਂ ਮੇਰਾ ਰੱਬ ਹੀ ਪਾਉਂਦਾ।
ਵੇਖੋ ਵਿਕਾਸ ਹੈ ਨਾ ਜੀਵਨ 'ਚ, ਸਾਡੀ ਤੇ ਮਜਬੂਰੀ ਹੁੰਦੀ ਹੈ, ਸਾਡੀ ਕਿਰਤ, ਸਾਡਾ ਤੇ ਮੈਂ ਕਹਿੰਦਾ ਕਈ ਵਾਰ ਪਾਠ ਪੂਜਾ ਵੀ ਮਜਬੂਰੀ ਬਣ ਜਾਂਦਾ। ਤੋ ਮੇਰੇ ਸਾਹਿਬ ਕਹਿੰਦੇ ਰੱਬ ਦਾ ਪਿਆਰਾ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਉਹ ਰੱਬ ਦੇ ਪਿਆਰ 'ਚ ਸਦਾ ਸਦਾ ਵਸੈ ਹਰ ਸੰਗ, ਸਦਾ ਮਾਲਕ ਦੇ ਨਾਲ ਵਸਦਾ ਹੈ। ਰੱਬ ਉਹਦੇ ਨਾਲ ਹੈ, ਉਹ ਰੱਬ ਦੇ ਨਾਲ ਹੈ, ਓਤ ਪੋਤ ਨੇ ਦੋਨੋਂ ਇੱਕ ਦੂਜੇ ਨਾਲ। ਸਹਿਜ ਸੁਭਾਏ ਹੋਵੈ ਸੋ ਹੋਏ, ਸਹਿਜ ਦਾ ਅਰਥ ਹੈ ਸੁੱਤੇ ਸਿੱਧ, ਸਹਿਜ ਦਾ ਅਰਥ ਹੈ ਜਿੱਥੇ ਕਿਸੇ ਉਚੇਚ ਦੀ ਲੋੜ ਨਹੀਂ ਪੈ ਗਈ। ਜੋ ਕੁਝ ਵਰਤਿਆ ਸਹਿਜ ਸੁਭਾਏ ਵਰਤਿਆ, ਰੱਬ ਦੇ ਪਿਆਰੇ ਅਡੋਲ ਰਿਹਾ, ਉੱਦਾਂ ਹੀ ਰਿਹਾ, ਸੁੱਖ ਦੁੱਖ ਵਾਧੇ ਘਾਟੇ 'ਚ ਅਡੋਲ ਰਿਹਾ, ਸੁਭਾਵਿਕ ਤੌਰ 'ਤੇ ਸਹਿਜ ਰੂਪ ਅੰਦਰ। ਹੋਵੈ ਸੋ ਹੋਏ, ਉਹਨੂੰ ਉਚੇਚ ਕਰ ਦੀ ਲੋੜ ਨਹੀਂ ਪੈਂਦੀ। ਮੈਂ ਕਈ ਵਾਰ ਬੇਨਤੀ ਕਰਦਾ, ਜੇ ਸਾਡਾ ਕੋਈ ਧੀ ਪੁੱਤ ਵਿਦੇਸ਼ ਗਿਆ, ਉਹਨੂੰ ਚੇਤੇ ਕਰਨ ਵਾਸਤੇ ਸਾਨੂੰ ਚਟਾਈ ਵਿਛਾਉਣ ਦੀ ਲੋੜ ਨਹੀਂ ਪੈਂਦੀ। ਮਾਂ ਇਹ ਨਹੀਂ ਕਹਿੰਦੀ ਵੀ ਹੁਣ ਮੈਂ ਅੱਧਾ ਘੰਟਾ ਆਪਣੇ ਧੀ ਪੁੱਤ ਨੂੰ ਯਾਦ ਕਰ ਲਵਾਂ। ਮਾਂ ਜਦੋਂ ਮਾਰਕੀਟ ਜਾਂਦੀ ਹੈ ਤਾਂ ਵੀ, ਗੁਰਦੁਆਰੇ ਆਉਂਦੀ ਹੈ ਤਾਂ ਵੀ, ਵਾਹਿਗੁਰੂ ਮੇਰੇ ਧੀਆਂ ਪੁੱਤਾਂ ਨੂੰ ਸੁੱਖ ਬਖਸ਼ੀ। ਮਾਰਕੀਟ ਜਾਏਗੀ ਤਾਂ ਵੀ ਚੇਤੇ ਆਵੇਗਾ, ਕਾਰ 'ਚ ਬੈਠੇਗੀ ਤਾਂ ਵੀ ਧੀ ਪੁੱਤ ਚੇਤੇ ਆਉਂਦਾ ਵੀ ਮੇਰੇ ਨਾਲ ਬਹਿ ਕੇ ਜਾਂਦਾ ਹੁੰਦਾ ਸੀ। ਕੁਝ ਭੋਜਨ ਬਣਾਇਆ ਤਾਂ ਵੀ ਚੇਤੇ ਆਏ। ਇਹ ਸਹਿਜ ਹੈ, ਇਤਨਾ ਕੁ ਸਹਿਜ ਵਰਤ ਜਾਂਦਾ ਹੈ ਰੱਬ ਦੇ ਪਿਆਰੇ ਜੀਵਨ ਦੇ ਅੰਦਰ। ਹਰੇ ਘਟਨਾ 'ਚ ਉਹਨੂੰ ਮਾਲਕ ਵਾਹਿਗੁਰੂ ਚੇਤੇ ਆ ਜਾਂਦਾ ਹੈ। ਉਹਨੂੰ ਖਾਸ ਤੌਰ 'ਤੇ ਕੋਈ ਮਾਲਾ ਲੈਣ ਦੀ ਲੋੜ ਨਹੀਂ ਪੈਂਦੀ, ਖਾਸ ਕੋਈ ਕਿਰਿਆ ਕਰਨ ਦੀ ਲੋੜ ਨਹੀਂ ਪੈਂਦੀ ਰੱਬ ਦੇ ਪਿਆਰੇ ਨੂੰ। ਜੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਜਿਸ ਨੇ ਕਰਨਹਾਰ ਮਾਲਕ ਵਾਹਿਗੁਰੂ ਨੂੰ ਪਛਾਣ ਲਿਆ, ਜੋ ਕੁਝ ਵੀ ਜੀਵਨ 'ਚ ਹੋ ਰਿਹਾ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਰੱਬ ਦੇ ਪਿਆਰੇ ਨੂੰ ਰੱਬ ਦਾ ਕੀਤਾ ਮਿੱਠਾ ਲੱਗਦਾ, ਚੰਗਾ ਲੱਗਾ। ਹਰੇਕ ਜੋ ਵੀ ਉਹਨੇ ਕੀਤਾ ਉਹ ਪਾ ਗਿਆ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿੱਦਾਂ ਹੁੰਦਾ ਹੈ ਉੱਦਾਂ ਹੀ ਦਿਸ ਪੈਂਦਾ ਹੈ। ਜਿੱਦਾਂ ਮਾਲਕ ਨੂੰ ਪਾਇਆ ਰੱਬ ਦੇ ਪਿਆਰੇ ਨੂੰ, ਉੱਦਾਂ ਹੀ ਅਨੁਭਵ ਦੇ ਵਿੱਚ ਆ ਗਿਆ। ਉਹਦੀ ਆਪਣੀ ਕੋਈ ਵਿਆਖਿਆ ਨਹੀਂ ਰਹਿ ਗਈ, ਕੋਈ ਤਰਕ ਦਲੀਲ ਨਹੀਂ ਰਹਿ ਗਈ ਜੀਵਨ ਦੇ ਅੰਦਰ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਹਨੂੰ ਬਨ ਆਏ। ਗੁਰਦੇਵ ਕਹਿੰਦੇ ਜਿਹੜੇ ਰੱਬ ਦੇ ਪਿਆਰੇ, ਜਿਵੇਂ ਜਿੰਨੇ ਬੁਲਬੁਲੇ ਪੈਦਾ ਹੋਏ, ਕਿੱਥੇ ਸਮਾਉਣਗੇ? ਉਹ ਪਹਾੜ ਥੋੜ੍ਹਾ ਸਮਾਉਣਗੇ। ਜੇ ਲਹਿਰ ਸਮੁੰਦਰ 'ਚ ਪੈਦਾ ਹੋਈ ਹੈ, ਉਹ ਸਮੁੰਦਰ 'ਚ ਹੀ ਸਮਾਏਗੀ। ਜੇ ਗਹਿਣਾ ਸੋਨੇ ਤੋਂ ਬਣਿਆ ਤੇ ਟੁੱਟ ਕੇ ਉਹ ਲੋਹਾ ਨਹੀਂ ਬਣ ਜਾਏਗਾ, ਉਹ ਸੋਨਾ ਹੀ ਰਹਿ ਜਾਏਗਾ। ਉਹ ਸੋਨੇ 'ਚ, ਉਹ ਗਹਿਣਾ ਬਣਿਆ ਵੀ ਸੋਨੇ 'ਚ ਸਮਾਇਆ, ਟੁੱਟ ਜਾਏ ਤਾਂ ਵੀ ਸੋਨੇ 'ਚ ਹੀ ਸਮਾਇਆ ਰਹੇਗਾ। ਲਹਿਰ ਬਣ ਗਈ ਤਾਂ ਵੀ ਪਾਣੀ ਹੈ, ਜੇ ਮਿਟ ਗਈ ਤਾਂ ਵੀ ਪਾਣੀ ਹੈ। ਰੱਬ ਦੇ ਪਿਆਰੇ ਮੇਰੇ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਲੀਨ ਹੋ ਗਏ। ਆ ਸਰੀਰ ਕਰਮ ਵਿੱਚ ਰਹਿੰਦੇ ਹਾਂ ਤਾਂ ਵੀ ਹੈ, ਸਰੀਰ ਮੁੱਕਿਆ ਤਾਂ ਵੀ ਉਹਦੇ 'ਚ ਹੀ ਲੀਨ ਹੈ। ਨਿਰੰਤਰ ਰੱਬ ਦੇ ਪਿਆਰਿਆਂ ਦੀ ਸਾਹਿਬ ਜੀ ਕਹਿੰਦੇ ਇਹ ਅਵਸਥਾ ਹੈ ਜੀਵਨ ਦੇ ਅੰਦਰ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ, ਸੁੱਖਾਂ ਦੇ ਖਜ਼ਾਨੇ ਉਹਨੂੰ ਬਨ ਆਏ। ਰੱਬ ਦੇ ਪਿਆਰਿਆਂ ਕੋਲ ਹੀ ਬਣ ਆਉਂਦੇ ਨੇ, ਕਿਉਂਕਿ ਕਿਸੇ ਕੋਲ ਯੋਗਤਾ ਹੋਏ ਪਦਵੀ ਤਾਂ ਹੀ ਮਿਲੇਗੀ ਨਾ। ਇਹ ਕਿਵੇਂ ਹੋਏਗਾ ਯੋਗਤਾ ਨਾ ਹੋਏ? ਇਹ ਕਿਵੇਂ ਹੋਏਗਾ ਕਿਸੇ ਨੂੰ ਤਬਲਾ ਨਾ ਵਜਾਉਣਾ ਆਉਂਦਾ ਹੋਏ ਤੇ ਬਹਿ ਜਾਏ ਵਜਾਉਣਾ? ਮੁਸ਼ਕਿਲ ਹੈ ਬੜਾ। ਇਹ ਕਿਵੇਂ ਹੋ ਸਕਦਾ ਹੈ ਕਿਸੇ ਨੇ ਮੈਡੀਕਲ ਦੀ ਪੜ੍ਹਾਈ ਪੜ੍ਹੀ ਨਾ ਹੋਏ ਤੇ ਪ੍ਰੈਕਟੀਕਲ ਕੀਤਾ ਨਾ ਹੋਏ ਤੇ ਹਾਰਟ ਦਾ ਆਪਰੇਸ਼ਨ ਕਰਨ ਲੱਗ ਪਏ? ਨਹੀਂ ਕਰ ਸਕਦਾ। ਯੋਗਤਾ ਹੈ ਤਾਂ ਹੀ ਪਦਵੀ ਮਿਲਦੀ ਹੈ ਨਾ। ਰੱਬ ਦੇ ਪਿਆਰੇ ਭਗਤ ਜਨ ਐਵੇਂ ਨਹੀਂ ਬਣੇ ਵੀ ਉਹਨਾਂ ਨੇ ਗੱਡੀਆਂ ਤੇ ਲਿਖ ਲਿਆ ਵੀ ਸ਼੍ਰੋਮਣੀ ਭਗਤ, ਸ਼੍ਰੋਮਣੀ ਸੰਤ ਸਮਾਜ। ਉਹ ਬ੍ਰਹਮ ਗਿਆਨੀ, ਉਹ ਨਾਮ ਦੇ ਨਹੀਂ ਬਣਦੇ ਕਦੇ ਵੀ, ਉਹ ਜੀਵਨ 'ਚੋਂ ਪ੍ਰਗਟ ਹੋਏ ਨੇ। ਸਾਧ ਨਾਮ ਨਿਰਮਲ ਤਾ ਕੇ ਕਰਮ, ਉਹਨਾਂ ਦੇ ਕਰਮ ਗੁਣ ਗਵਾਹੀ ਭਰਦੇ ਨੇ। ਸਾਧ ਹੈ, ਕੱਪੜੇ ਭਾਵੇਂ ਗਵਾਹੀ ਨਾ ਭਰਦੇ ਹੁਣ ਉਹਨਾਂ ਦੇ,
ਭਗਤ ਪੂਰਨ ਸਿੰਘ ਦਾ ਜੀਵਨ ਗਵਾਹੀ ਪਾ ਰਿਹਾ ਸੀ ਵੀ ਇਹ ਭਗਤ ਵੀ ਹੈ, ਇਹ ਪੂਰਨ ਵੀ ਹੈ, ਸਿੰਘ ਵੀ ਹੈ। ਜੀਵਨ ਗਵਾਹੀ ਪਾ ਰਿਹਾ। ਰੱਬ ਦੇ ਪਿਆਰਿਆਂ ਦੇ ਗੁਣ ਸੁਭਾਅ ਜੀਵਨ ਗਵਾਹੀ ਭਰਦਾ ਹੈ। ਜਿੱਥੇ ਓਏ ਸੁਖ ਨਿਧਾਨ ਸੁੱਖਾਂ ਦੇ ਖਜ਼ਾਨੇ ਉਹਨੂੰ ਬਣਿਆ ਹੈ, ਉਹ ਰੱਬ ਦੇ ਪਿਆਰਿਆਂ ਨੂੰ ਬਣ ਆਉਂਦੀ ਹੈ। ਕਿਉਂਕਿ ਮਾਲਕ ਇਹ ਦਾਤ ਵੀ ਉਹਨਾਂ ਨੂੰ ਬਖਸ਼ਦਾ ਹੈ ਜਿਨ੍ਹਾਂ ਨੂੰ ਸੰਭਾਲਣੀ ਆ ਜਾਂਦੀ ਹੈ। ਉਹ ਸਾਡੇ ਵਰਗਿਆਂ ਕੋਲੋਂ ਤੇ ਅਜੇ ATM ਨਹੀਂ ਸਾਂਭਿਆ ਜਾਂਦਾ। ਜਪਜੀ ਸਾਹਿਬ ਦਾ ਅਨੁਭਵ ਕਿੱਥੋਂ ਸਾਂਭਾਂਗੇ? ਅਜੇ ਤੇ ਪਰਚੀ ਕਟਾਈ ਨਹੀਂ ਸਮਝੀ ਜਾਂਦੀ, ਮਾਫ਼ ਕਰਨਾ। ਉਹ ਜਿੰਨਾ ਚਿਰ ਤੱਕ 15-20 ਜਾਣਿਆਂ ਨੂੰ ਦਿਖਾ ਨਾ ਲਈਏ, ਉਹ ਸੱਚ ਦਾ ਸੱਚਖੰਡ ਦਾ ਤਜਰਬਾ ਕਿੱਥੋਂ ਸਾਂਭਿਆ ਜਾਏਗਾ? ਉਹ ਮਾਲਕ ਵੀ ਵੇਖ ਲੈਂਦਾ ਹੈ। ਉਹ ਮਾਲਕ ਦੀ ਵੀ ਕਸਵੱਟੀ ਹੈ। ਰੱਬ ਦੇ ਕੇ ਪਰਖਦਾ, ਲੈ ਕੇ ਪਰਖਦਾ, ਸੁੱਖ ਦੇ ਕੇ ਪਰਖਦਾ, ਦੁੱਖ ਦੇ ਕੇ ਪਰਖਦਾ। ਫੇਰ ਕਿਤੇ ਜਾ ਕੇ ਸਤਿਗੁਰ ਕਹਿੰਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਜੋ ਸਹੈ ਸੋ ਮਰਜੀਵਾ ਹੋਏ। ਗੁਰਦੇਵ ਕਹਿੰਦੇ ਉਹ ਰੱਬ ਦਾ ਪਿਆਰਾ ਪੂਰਨ ਹੋ ਜਾਂਦਾ। ਤੇ ਆਖਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਪਸ ਕੋ ਆਪ ਦੀਨੋ ਮਾਨ। ਮਾਲਕ ਵਾਹਿਗੁਰੂ ਅਕਾਲ ਪੁਰਖ ਆਪਣੀ ਅਵਸਥਾ ਨੂੰ ਭਗਤਾਂ ਨੂੰ ਆਪ ਮਾਣ ਬਖਸ਼ਦਾ। ਅਸਲ ਭਗਤ ਵੀ ਰੱਬ ਦੀ ਮਾਲਕ ਦੀ ਨਿਜ ਦੀ ਅਵਸਥਾ ਹੈ। ਆਪਸ ਕੋ ਆਪ ਦੀਨੋ ਮਾਨ, ਆਪਣੀ ਉਸ ਅਵਸਥਾ ਨੂੰ ਮਾਲਕ ਵਾਹਿਗੁਰੂ ਆਪ ਮਾਣ ਬਖਸ਼ਦਾ। ਨਾਨਕ ਪ੍ਰਭ ਜਨ ਏਕੋ ਜਾਣ, ਆਪ ਮਾਣ ਬਖਸ਼ਿਆ। ਉਹ ਪੰਜ ਪਿਆਰਿਆਂ ਨੇ ਮੱਥਾ ਟੇਕਿਆ, ਸਤਿਗੁਰ ਨੇ ਫਿਰ ਮੱਥਾ ਟੇਕਿਆ। ਭਾਵੇਂ ਗੁਰੂ ਪੂਰਨ ਹੈ, ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ, ਭਾਵੇਂ ਗੁਰੂ ਨਾਨਕ ਪੂਰਨ ਹੈ। ਭਾਈ ਲਹਿਣਾ ਜੀ 'ਚ ਪੂਰਨਤਾ ਆ ਗਈ, ਗੁਰੂ ਅੰਗਦ ਦੇਵ ਜੀ ਬਣ ਗਏ। ਕਿਉਂਕਿ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿੱਥੇ ਇਹ ਦੱਸਿਆ ਵੀ ਹੁਣ ਇਹਦੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ ਰਹਿ ਗਿਆ। ਇਹ ਦੱਸਿਆ ਵੀ ਇਹਨਾਂ ਪੰਜਾਂ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ, ਇਹ ਮੇਰਾ ਹੀ ਰੂਪ ਨੇ। ਤੋ ਰੱਬ ਦਾ ਪਿਆਰਾ ਆਪਣੇ ਪਿਆਰਿਆਂ ਨੂੰ ਮਾਣ ਬਖਸ਼ਦਾ ਹੈ। ਇਸ ਵਾਸਤੇ ਨਹੀਂ ਵੀ ਰੱਬ ਦਾ ਪਿਆਰਾ ਆਪਣੀ ਕੋਈ ਵੱਖਰੀ ਹੰਕਾਰ ਦੀ ਪਦਵੀ ਬਣਾ ਲੇ। ਇਸ ਵਾਸਤੇ ਭਾਈ ਇਹਦਾ ਮਾਣ ਮੇਰਾ ਮਾਣ ਹੈ, ਇਹਦੇ 'ਚ ਤੇ ਮੇਰੇ 'ਚ ਕੋਈ ਭੇਦ, ਕੋਈ ਫਰਕ ਨਹੀਂ। ਨਾਨਕ ਪ੍ਰਭ ਜਨ ਏਕੋ ਜਾਣ, ਇੱਕੋ ਹੋ ਜਾਂਦੇ ਨੇ। ਗੁਰ ਕਿਰਪਾ ਕਰਨ, ਐਸਾ ਬੋਧ, ਐਸਾ ਅਨੁਭਵ ਸਤਿਗੁਰ ਸਾਨੂੰ ਸਭਨਾਂ ਨੂੰ ਬਖਸ਼ਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਦਸ